ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਾਰੀ ਹੀ ਸੰਗਤ ਜੋ ਕਿ ਆਪਾਂ ਰੋਜ਼ਾਨਾ ਰਾਤ ਨੂੰ ਆਨਲਾਈਨ ਜ਼ੂਮ ਕਲਾਸ ਵਿੱਚ ਜੁੜਦੇ ਹਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਵਿਚਾਰ ਆਰੰਭ ਕੀਤੀ ਹੈ ਤੇ ਇਸ ਬਾਣੀ ਦੇ ਅੰਦਰ ਅਸੀਂ ਪਹਿਲੇ ਜੋ ਦੋ ਪੜਾਅ ਹਨ ਉਹਨਾਂ ਦੇ ਵਿੱਚ ਮੂਲ ਮੰਤਰ ਆਰੰਭ ਕੀਤਾ ਸੀ ਤੇ ਆਪਾਂ ਅਕਾਲ ਮੂਰਤ ਇੱਥੋਂ ਤੱਕ ਦੀ ਵਿਆਖਿਆ ਆਪਾਂ ਦੋ ਕਲਾਸਾਂ ਵਿੱਚ ਸਰਵਣ ਕੀਤੀ ਹੈ। ਆਓ ਅੱਜ ਅਗਲੀ ਵਿਚਾਰ ਨਾਲ ਆਪਾਂ ਜੁੜਨਾ ਕਰਦੇ ਹਾਂ। ਮੂਲ ਮੰਤਰ ਦੇ ਅੰਦਰ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੇ 8 ਮੂਲ ਗੁਣ, 8 ਪ੍ਰਮੁੱਖ ਗੁਣ, ਇੱਕ ਓੰਕਾਰ ਤੋਂ ਲੈ ਕੇ ਸਹਿ ਭੰਗ ਤੱਕ ਵਰਣਨ ਕੀਤੇ ਹਨ ਬੜੀ ਖੂਬਸੂਰਤੀ ਦੇ ਨਾਲ। ਉਹਦੇ 8 ਵਿਸ਼ੇਸ਼ ਜਾਂ ਵਿਸ਼ੇਸ਼ਣ ਜਾਂ ਵਿਸ਼ੇਸ਼ ਗੁਣ ਜੋ ਸਮਾਜ ਵਿੱਚ ਤੇ ਕਹਿ ਲਓ ਧਾਰਮਿਕ ਜਗਤ ਵਿੱਚ ਪਹਿਲੀ ਵਾਰ ਇੰਨੀ ਖੂਬਸੂਰਤੀ ਨਾਲ ਸੰਖੇਪ ਤੋਂ ਸੰਖੇਪ, ਘੱਟ ਤੋਂ ਘੱਟ ਸ਼ਬਦਾਂ ਵਿੱਚ ਇਤਨੇ ਵਿਸ਼ਾਲ ਤੇ ਬੇਅੰਤ ਪਰਮੇਸ਼ਰ ਦੀ ਮੁੱਢਲੀ ਸਿਫਤ ਜਾਂ ਮੁੱਢਲੀ ਜਾਣਕਾਰੀ ਸਾਡੇ ਸਾਹਮਣੇ ਰੱਖੀ ਹੈ। ਇਹ ਸਾਰੇ ਹੀ ਗੁਣ ਇੱਕ ਦੇ ਹਨ। ਇੱਕ ਹੀ ਅਸੀਂ ਇਹਨੂੰ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਜਾਂ ਸਮਝ ਸਕਦੇ ਹਾਂ ਕਿ ਇੱਕ ਹੀ ਓੰਕਾਰ ਹੈ, ਇੱਕ ਹੀ ਸਤਨਾਮ ਹੈ, ਇੱਕ ਹੀ ਕਰਤਾ ਪੁਰਖ, ਇੱਕ ਹੀ ਨਿਰਭਉ, ਇੱਕ ਹੀ ਨਿਰਵੈਰ, ਇੱਕ ਹੀ ਅਕਾਲ ਮੂਰਤ, ਇੱਕ ਹੀ ਅਜੂਨੀ, ਇੱਕ ਹੀ ਸੈਭੰ। ਇੱਥੇ ਤੱਕ ਇਹ ਗੁਣ ਨੇ। ਅਗਲਾ ਸ਼ਬਦ ਗੁਰਪ੍ਰਸਾਦ ਉਹ ਵੱਖਰੇ ਅਰਥ ਰੱਖਦਾ, ਪਰ ਕਿਉਂਕਿ ਨਾਲ ਆਪਾਂ ਉਹਦੀ ਵਿਚਾਰ ਵੀ ਕਰਾਂਗੇ। ਅੱਜ ਸ਼ਬਦ ਹੈ ਜੀ ਸਾਡੇ ਕੋਲ ਅਜੂਨੀ। ਜਿਹੜਾ ਅਜੂਨੀ ਸ਼ਬਦ ਹੈ, ਕਿਉਂਕਿ ਇੱਕ ਜਿਹੜਾ ਸ਼ਬਦ ਹੈ ਉਹ ਜੋਤ ਨਾਲ ਜੁੜਿਆ ਹੋਇਆ, ਸਰੀਰ ਨਾਲ ਨਹੀਂ ਜੁੜਿਆ ਹੋਇਆ। ਜਿਹੜੀ ਜੋਤ ਹੈ ਨਾ, ਜੋਤ ਜਦੋਂ ਆਕਾਰ ਨਹੀਂ ਹੁੰਦਾ, ਸ੍ਰਿਸ਼ਟੀ ਨਹੀਂ ਹੁੰਦੀ, ਮੈਟਰ ਨਹੀਂ ਹੁੰਦਾ, ਉਦੋਂ ਜਦੋਂ ਉਹ ਆਪਣੇ ਆਪ ਦੇ ਵਿੱਚ ਹੁੰਦੀ ਹੈ, ਅਸੀਂ ਇੱਕ ਦਾ ਅਰਥ ਵੀ ਕਰ ਸਕਦੇ ਹਾਂ ਜੋ ਕੰਪਲੀਟ ਹੁੰਦਾ ਹੈ ਹਰ ਪੱਖ ਵਿੱਚ, ਹਰ ਕਰਮ ਵਿੱਚ। ਉਹ ਤੋਂ ਬਾਅਦ ਜਦੋਂ ਉਹ ਆਕਾਰ ਧਾਰਨ ਕਰਦੀ ਹੈ ਉਹ ਓੰਕਾਰ ਬਣ ਜਾਂਦੀ ਹੈ। ਫਿਰ ਉਹਦੇ ਅੱਗੇ ਅੱਗੇ ਵੱਖਰੇ ਵੱਖਰੇ ਗੁਣ ਪ੍ਰਗਟ ਹੁੰਦੇ ਰਹਿੰਦੇ ਨੇ। ਉਹੀ ਸੱਤ ਹੈ, ਉਹਦਾ ਨਾਮ ਵੀ ਸੱਚ ਹੈ, ਉਹ ਕਰਤਾ ਵੀ ਹੈ, ਸਭ ਕੁਝ ਬਣਾਉਣ ਵਾਲਾ ਹੈ, ਬਣਾ ਕੇ ਉਹਦੇ ਵਿੱਚ ਰਮਿਆ ਹੋਇਆ ਹੈ। ਉਹ ਵੈਰ ਤੇ ਵਿਰੋਧ ਤੋਂ, ਡਰ ਅਤੇ ਭਉ ਤੋਂ ਰਹਿਤ ਹੈ, ਬਿਨਾਂ ਹੈ, ਉਹਦੇ ਵਿੱਚ ਹੁੰਦਾ ਹੀ ਨਹੀਂ, ਉਹਦੇ ਅੰਦਰ ਵੀ ਨਹੀਂ ਹੁੰਦਾ। ਰੱਖਣਾ, ਵੈਰ ਵਿਰੋਧ ਰੱਖਣਾ, ਡਰ ਭਉ ਰੱਖਣਾ, ਵੈਰ ਵਿਰੋਧ ਕਰਨਾ, ਇਹ ਤੇ ਵੱਖਰੀ ਗੱਲ ਹੈ ਨਾ। ਉਹਦੇ ਅੰਦਰ ਮਤਲਬ ਭਾਵਨਾ ਵਿੱਚ ਵੀ, ਉਹਦੇ ਅੰਦਰ ਖਿਆਲਾਂ ਵਿੱਚ ਵੀ ਨਹੀਂ ਹੁੰਦਾ। ਅਕਾਲ ਮੂਰਤ ਤੇ ਜੋਤ ਜਿਹੜੀ ਹੁੰਦੀ ਹੈ, ਜਿਹੜੀ ਸੱਚ ਦੀ ਜੋਤ ਹੈ, ਉਹ ਅਕਾਲ ਮੂਰਤ, ਉਹ ਕਾਲ ਤੋਂ ਪਰੇ ਹੈ। ਕਿਉਂ? ਕਿਉਂਕਿ ਕਾਲ ਨੂੰ ਬਣਾਉਣ ਵਾਲਾ ਅਕਾਲ ਹੈ। ਉਹਦੀ ਜਿਹੜੀ ਹਸਤੀ ਹੈ, ਜੋ ਉਹਦੀ ਸ਼ਖਸੀਅਤ ਹੈ, ਜੋ ਉਹਦੀ ਪਹਿਚਾਣ ਹੈ, ਉਹ ਅਕਾਲ ਹੁੰਦੀ ਹੈ। ਤੇ ਇੱਕ ਹੀ ਅਜੂਨੀ। ਹੁਣ ਜੂਨੀ ਦਾ ਅਰਥ ਹੈ ਜਦੋਂ ਸਰੀਰ ਧਾਰਿਆ ਜਾਂਦਾ ਹੈ। ਆਪਾਂ ਕਹਿੰਦੇ ਆ ਮਨੁੱਖਾ ਜੂਨ ਹੈ, 84 ਲੱਖ ਜੂਨਾਂ ਨੇ। ਭਾਵ ਜਦੋਂ ਇਸ ਜੋਤ ਨੇ, ਇਸ ਜੀਵ ਨੇ ਸਰੀਰ ਧਾਰਿਆ, ਜੂਨ ਵਿੱਚ ਆ ਗਿਆ। ਪਰ ਕਹਿੰਦੇ ਜਿਹੜਾ ਪਰਮੇਸ਼ਰ ਹੈ, ਸੱਚ ਹੈ, ਉਹ ਕਦੀ ਜੂਨ ਵਿੱਚ ਆਉਂਦਾ ਹੀ ਨਹੀਂ। ਉਹ ਸਰੀਰ ਰੂਪ ਚ ਕਦੀ ਨਹੀਂ ਹੁੰਦਾ। ਭਾਵ ਕਿ ਵੀ ਉਹਦਾ ਕੋਈ ਵੱਖਰਾ ਅਲੱਗ ਸਰੀਰ ਨਹੀਂ ਹੁੰਦਾ, ਉਹਦੀ ਕੋਈ ਇੱਕ ਅਲੱਗ ਪਹਿਚਾਣ ਨਹੀਂ ਹੁੰਦੀ ਵੀ ਹਾਂ ਇਸ ਸਰੀਰ ਵਾਲੇ ਨੂੰ ਹੀ ਅਸੀਂ ਰੱਬ, ਪਰਮੇਸ਼ਰ, ਅਕਾਲ ਪੁਰਖ, ਭਗਵਾਨ ਜਾਂ ਗੋਡ ਕਹਿ ਸਕਦੇ ਹਾਂ। ਕਿਉਂਕਿ ਜੇ ਅਸੀਂ ਉਹਨੂੰ ਜੂਨ ਵਿੱਚ ਮੰਨਾਂਗੇ ਤੇ ਫਿਰ ਉਹਨੂੰ ਅਕਾਲ ਮੂਰਤ ਨਹੀਂ ਕਹਿ ਸਕਦੇ। ਫਿਰ ਇਹ ਕਾਲ ਦੋਸ਼, ਭੰਗ ਦਾ ਦੋਸ਼ ਲੱਗ ਜਾਏਗਾ। ਕਿਉਂਕਿ ਕਾਲ ਤੇ ਉਹਨੇ, ਕਾਲ ਵਿੱਚ ਤੇ ਜੂਨੀ ਦਾ ਅਰਥ ਹੈ ਜੋ ਕਾਲ ਵਿੱਚ ਆ ਗਿਆ, ਜੋ ਜੂਨ ਵਿੱਚ ਆ ਗਿਆ। ਜੋ ਜੋ ਜੂਨੀ ਆਇਓ ਤਿਹ ਤੇ ਉਰਝਾਇਓ, ਮਾਨਸ ਜਨਮ ਸੰਜੋਗ ਪਿਆ। ਹੁਣ ਹਿੰਦੂ ਮਤ ਨੇ ਕੀ ਕੀਤਾ, ਅਸਲ 'ਚ ਇਹ ਸ਼ਬਦ ਗੁਰੂ ਸਾਹਿਬ ਨੇ ਕਿਉਂ ਵਰਤਿਆ, ਆਪਾਂ ਨੂੰ ਇਹ ਸਮਝ ਪੈਂਦੇ ਵੀ ਕਿਉਂਕਿ ਮੇਨ ਜਿਹੜੀ ਟੱਕਰ ਹੈ ਗੁਰੂ ਸਾਹਿਬ ਦੀ, ਜਿਹੜਾ ਮੇਨ ਵਿਚਾਰਕ ਤੌਰ ਤੇ ਮਤਭੇਦ ਹੋਣਾ ਹੈ, ਜਾਂ ਜਿਹੜੀ ਗੁਰੂ ਸਾਹਿਬ ਜੀ ਦੇ ਸਨਮੁਖ ਵੱਡੀ ਚੁਣੌਤੀ ਹੈ, ਹਿੰਦੂ ਮਤ ਦੀ ਹੈ। ਕਿਉਂਕਿ ਉਹ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਵੀ ਹੈ। ਹੁਣ ਉਹ ਵਿਚਾਰਧਾਰਾ ਨੂੰ ਗੁਰੂ ਸਾਹਿਬ ਰੱਦ ਕਰਦੇ ਆ ਰਹੇ ਨੇ। ਉਹਨਾਂ ਦੇ ਵਿੱਚ ਜੂਨੀ ਮੰਨੀ ਜਾਂਦੀ ਹੈ ਤੇ ਜੂਨੀ ਜਾਂ ਜੂਨ ਜਾਂ ਸਰੀਰ ਨੂੰ ਭਗਵਾਨ ਵੀ ਕਿਹਾ ਜਾਂਦਾ ਹੈ। ਜਿਵੇਂ ਸ਼੍ਰੀ ਰਾਮਚੰਦਰ ਨੂੰ ਭਗਵਾਨ ਮੰਨਦੇ ਨੇ, ਕ੍ਰਿਸ਼ਨ ਨੂੰ ਭਗਵਾਨ ਮੰਨਦੇ ਨੇ, ਫਿਰ 3 ਦੇਵਤੇ ਨੇ, ਫਿਰ ਅੱਗੇ ਹੋਰ ਹਜ਼ਾਰਾਂ ਦੇਵਤੇ ਨੇ, ਕਰੋੜ, ਉਹ ਸਾਰੇ ਸਰੀਰ ਨਾਲ ਜੁੜੇ ਹੋਏ ਨੇ। ਬਲਕਿ ਉਹ ਆਪਣੇ ਆਪਣੇ ਭਗਵਾਨ ਦਾ ਜਨਮ ਵੀ ਮਨਾਉਂਦੇ ਨੇ, ਜਿਵੇਂ ਰਾਮ ਨਵਮੀ, ਕ੍ਰਿਸ਼ਨ ਅਸ਼ਟਮੀ ਵਗੈਰਾ ਵਗੈਰਾ।
ਪਰ ਗੁਰੂ ਸਾਹਿਬ ਨੇ ਇੱਕ ਪੰਕਤੀ ਬੜੀ ਸੋਹਣੀ ਆਖੀ, ਉਹ ਕਹਿੰਦੇ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ। ਕਹਿੰਦੇ ਉਹ ਤੇ ਮੂੰਹ ਹੀ ਛੱਡ ਜਾਏ ਜਿਹੜਾ ਇਹ ਕਹੇ ਵੀ ਰੱਬ ਨੇ ਅੱਜ ਜੂਨ ਧਾਰੀ ਹੈ, ਭਾਵ ਉਹ ਕੋਈ ਅਵਤਾਰ ਧਾਰ ਕੇ ਸਰੀਰ ਧਾਰ ਕੇ ਸੰਸਾਰ ਚ ਆਇਆ, ਉਹ ਤੇ ਮੂੰਹ ਹੀ ਛੱਡ ਜਾਏ। ਫਿਰ ਤੇ ਰੱਬ ਅਸੀਂ ਜੂਨਾਂ ਚ ਮੰਨ ਲਿਆ, ਫਿਰ ਉਹਨੂੰ ਅਕਾਲ ਮੂਰਤ ਅਸੀਂ ਕਹਿ ਹੀ ਨਹੀਂ ਸਕਦੇ। ਔਰ ਗੁਰੂ ਸਾਹਿਬ ਨੇ ਦੋਵੇਂ ਸ਼ਬਦ ਨਵੇਂ ਦਿੱਤੇ ਨੇ, ਅਕਾਲ ਮੂਰਤ ਤੇ ਅਜੂਨੀ, ਉਹਦੀ ਪਹਿਚਾਣ ਨਾਲ ਜੁੜਨ ਵਾਲੇ ਨਵੇਂ ਸ਼ਬਦ ਨੇ ਇਹ ਬਿਲਕੁਲ। ਜੇ ਅਸਲ ਚ ਅਕਾਲ ਮੂਰਤ ਹੀ ਅਜੂਨੀ ਹੁੰਦਾ ਹੈ, ਇਹਨੂੰ ਇਸ ਤਰ੍ਹਾਂ ਸਮਝੋ, ਬਹੁਤ ਨੇੜੇ ਦੇ ਦੋਨੇ ਸ਼ਬਦ ਜੁੜੇ ਹੋਏ ਨੇ। ਅਕਾਲ ਮੂਰਤ ਹੀ ਅਜੂਨੀ ਹੈ। ਇਸੇ ਤਰ੍ਹਾਂ ਜਿਹੜਾ ਇਹ ਜੀਵ ਹੈ, ਭਾਵ ਆਪਾਂ ਹਾਂ, ਜਦੋਂ ਅਸੀਂ ਇੱਕ ਨਾਲ ਜੁੜਦੇ ਹਾਂ, ਇੱਕ ਨੂੰ ਸਮਝਦੇ ਹਾਂ, ਇੱਕ ਨੂੰ ਮੰਨਦੇ ਹਾਂ, ਇੱਕ ਦੇ ਹੁਕਮ ਵਿੱਚ ਚੱਲ ਕੇ ਅਸੀਂ ਵੀ ਕਾਲ ਤੋਂ ਰਹਿਤ ਹੋ ਜਾਂਦੇ ਹਾਂ, ਤਾਂ ਅਸੀਂ ਜੂਨਾਂ ਤੋਂ ਵੀ ਰਹਿਤ ਹੋ ਜਾਂਦੇ ਹਾਂ। ਸਾਡਾ ਜਨਮ ਮਰਨ ਦੀ ਜੂਨ ਕੱਟੀ ਜਾਂਦੀ ਹੈ, ਕਿਉਂਕਿ ਜੂਨ ਦਾ ਸੰਬੰਧ ਸਿੱਧਾ ਸਰੀਰ ਨਾਲ ਜੁੜਦਾ ਹੈ। ਹੁਣ ਇਸ ਟਾਈਮ ਆਪਾਂ ਮਨੁੱਖਾ ਜੂਨ ਵਿੱਚ ਆ ਸਾਰੇ, ਪਰ ਉਹਦੇ ਵਿੱਚ ਜੂਨ ਹੈ ਹੀ ਨਹੀਂ, ਕਿਉਂਕਿ ਜੂਨਾਂ ਵਿੱਚ ਆਉਂਦਾ। ਇਸ ਲਈ ਜੇ ਕੋਈ ਠਾਕਰ ਨੂੰ ਮੰਨਦਾ ਜਾਂ ਇਹ ਕਹਿੰਦਾ ਵੀ ਭਗਵਾਨ ਜੂਨ ਵਿੱਚ ਆ ਗਿਆ, ਤਾਂ ਮਹਾਰਾਜ ਕਹਿੰਦੇ ਮੂੰਹ ਹੀ ਛੱਡ ਜਾਣਾ ਚਾਹੀਦਾ। ਇੱਥੇ ਉਹ ਵਿਚਾਰਧਾਰਾ ਨੂੰ ਵੀ ਰੱਦ ਕਰ ਦਿੱਤਾ। ਅਜੂਨੀ ਸ਼ਬਦ ਲਿਖਣ ਦਾ ਹੀ ਭਾਵ ਇਹ ਸੀ ਵੀ ਰੱਬ ਨੂੰ ਤੁਸੀਂ ਸਰੀਰ ਨਾ ਮੰਨੋ, ਸੱਚ ਨੂੰ ਤੁਸੀਂ ਸਰੀਰ ਨਾਲ ਨਹੀਂ ਜੋੜ ਸਕਦੇ। ਸੱਚ ਤਾਂ ਜੋਤ ਹੈ ਤੇ ਕੰਪਲੀਟ ਜੋਤ ਹੈ, ਪੂਰਨ ਹੈ, ਉਹ ਅਧੂਰਾ ਵੀ ਨਹੀਂ ਹੁੰਦਾ। ਉਹਨੂੰ ਵੱਖਰਾ ਸਰੀਰ ਧਾਰ ਕੇ ਆਉਣ ਦੀ ਸੰਸਾਰ, ਕਿਉਂਕਿ ਜੋ ਇੱਕ ਸਰੀਰ ਚ ਆਏਗਾ ਉਹ ਇੱਕ ਸਰੀਰ ਨੂੰ ਆਪਣੀ ਪਹਿਚਾਣ ਬਣਾਏਗਾ। ਫਿਰ ਬਾਕੀ ਜਿਹੜੀਆਂ ਮੂਰਤਾਂ ਨੇ, ਬਾਕੀ ਸਰੀਰ ਨੇ, ਉਹਨਾਂ ਦੇ ਵਿੱਚ ਕੌਣ ਜਾਏਗਾ? ਉਹਨਾਂ ਦਾ ਮਾਲਕ ਕੌਣ ਹੈ? ਉਹਨਾਂ ਦਾ ਰਾਖਾ ਕੌਣ ਹੈ? ਉਹਨਾਂ ਨੂੰ ਜਨਮ ਦੇਣ ਵਾਲਾ, ਮ੍ਰਿਤੂ ਦੇਣ ਵਾਲਾ ਕੌਣ ਹੈ? ਉਹਨਾਂ ਨੂੰ ਗਿਆਨ ਦੇਣ ਵਾਲਾ ਕੌਣ ਹੈ? ਜੇ ਰੱਬ ਇੱਕ ਪਾਸੇ ਚਲਾ ਗਿਆ, ਬਾਕੀ ਪਾਸੇ ਤੇ ਖਾਲੀ ਹੋ ਜਾਣਗੇ। ਇਸੇ ਚੀਜ਼ ਨੂੰ ਕਿਹਾ ਸੀ, ਆਪਾਂ ਪਹਿਲਾਂ ਵੀ ਪੰਕਤੀ ਪੜ੍ਹੀ ਸੀ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਹਜ਼ਾਰਾਂ ਮੂਰਤੀਆਂ ਤੇਰੀਆਂ ਨੇ, ਭਾਵ ਹਰ ਮੂਰਤੀ ਵਿੱਚ, ਹਰ ਸਰੀਰ ਵਿੱਚ ਤੂੰ ਆਪ ਹੈ ਜੋਤ ਰੂਪ ਵਿੱਚ, ਪਰ ਆਪਣੀ ਤੇਰੀ ਕੋਈ ਇੱਕ ਅਲੱਗ ਮੂਰਤੀ ਨਹੀਂ ਹੈ, ਤੇਰੀ ਕੋਈ ਆਪਣੀ ਇੱਕ ਅਲੱਗ ਤਸਵੀਰ ਨਹੀਂ ਹੈ, ਤੁਹਾਡਾ ਕੋਈ ਆਪਣਾ ਕੋਈ ਵਿਸ਼ੇਸ਼ ਸਰੀਰ ਨਹੀਂ ਹੈ, ਆਕਾਰ ਨਹੀਂ ਹੈ ਤੁਹਾਡਾ ਕੋਈ। ਕਿਉਂ? ਕਿਉਂਕਿ ਤੁਸੀਂ ਅਕਾਲ ਹੋ ਤੇ ਜੂਨਾਂ ਵਿੱਚ ਆਉਂਦੇ ਹੀ ਨਹੀਂ। ਅਕਾਲ ਜੋ ਜੂਨ ਤੋਂ ਪਰੇ ਹੁੰਦਾ ਹੈ। 184 ਜੂਨ ਸਬਾਈ, ਇਹ ਕਿਹੜੀ ਹੈ? ਇਹ ਜਿਹੜੀ ਜੋਤ ਟੁੱਟ ਕੇ ਹੰਕਾਰ ਕਰਕੇ ਉਹ ਤੋਂ ਵੱਖ ਹੋ ਗਈ ਹੈ, ਉਹਨੂੰ ਫਿਰ 84 ਲੱਖ ਸਰੀਰ ਦਿੱਤੇ ਨੇ ਅਲੱਗ-ਅਲੱਗ, ਉਹ ਸਾਰੀਆਂ ਜੂਨਾਂ ਨੇ। ਜਨਮ ਮਰਨ ਨੂੰ, ਜੂਨਾਂ ਵਿੱਚ ਆਉਣ ਨੂੰ, ਸਰੀਰ ਵਿੱਚ ਆਉਣ ਨੂੰ ਬਾਣੀ ਨੇ ਇਸ ਜੋਤ ਦਾ, ਇਸ ਜੀਵ ਦਾ, ਇਸ ਆਤਮਾ ਤੇ ਮਨ ਦਾ ਇੱਕ ਇਹ ਪੱਖ ਰੱਖਿਆ ਵੀ ਇਸ ਟਾਈਮ ਅਸੀਂ ਸਜ਼ਾ ਵਿੱਚ ਹਾਂ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ਼ ਲੰਮੈ। ਇਹ ਜੀਵ ਹੀ ਹੈ ਨਾ, ਜਮ ਜਮ ਮਰ ਰਿਹਾ, ਜਿਹੜਾ ਬਾਰ-ਬਾਰ ਇਹਨੂੰ ਜੰਮਣਾ ਵੀ ਪੈਂਦਾ, ਮਰਨਾ ਵੀ ਪੈਂਦਾ, ਕਦੇ ਕਿਸੇ ਸਰੀਰ ਚ, ਕਦੇ ਕਿਸੇ। ਪਰ ਕਹਿੰਦੇ ਤੂੰ ਅਜੂਨੀ ਹੈ। ਇਹ ਜੀਵ ਜਦੋਂ ਇੱਕ ਹੋ ਜਾਏਗਾ, ਉਸ ਇੱਕ ਨਾਲ ਜੁੜ ਜਾਏਗਾ ਜਿਹਦਾ ਇਹ ਅੰਸ਼ ਹੈ, ਜਿਹੜਾ ਇਹਦਾ ਮੂਲ ਹੈ, ਇਹ ਅਸੀਂ ਵੀ ਸਾਰੇ ਅਜੂਨੀ ਹੋ ਸਕਦੇ ਹਾਂ। ਇਹ ਸਾਡੇ ਚ ਸੰਭਾਵਨਾ ਹੈਗੀ ਆ। ਇਹ ਸਾਡਾ ਇੱਕ ਕਹਿ ਲਈਏ ਪੋਜ਼ਿਟਿਵ ਪੁਆਇੰਟ ਆ, ਜਾਂ ਮੂਲ ਮੰਤਰ ਦੀ ਖੂਬੀ ਹੈ ਵੀ ਅਸੀਂ ਅਜੂਨੀ ਹੋਣ ਆਏ ਹਾਂ। ਆਪਾਂ ਇਹ ਸਮਝ ਲਈਏ ਅਜੂਨੀ ਹੋ ਸਕਦੇ ਹਾਂ। ਅਜੂਨੀ ਹੋਣ ਵਾਸਤੇ ਸਾਨੂੰ ਅਕਾਲ ਮੂਰਤ ਹੋਣਾ ਪਏਗਾ। ਜਦੋਂ ਅਸੀਂ ਕਾਲ ਤੋਂ ਪਰੇ, ਸਰੀਰ ਤੋਂ ਪਰੇ, ਦੇਹੀ ਤੋਂ ਪਰੇ ਚਲ ਜਾਾਂਗੇ, ਜਿੱਥੇ ਕਾਲ ਦਾ ਵੀ ਭੈ ਨਹੀਂ, ਕਾਲ ਸਾਡੇ ਤੇ ਅਸਰ ਨਹੀਂ ਪਾ ਸਕਦਾ, ਤੇ ਉਹਦੇ ਲਈ ਕੀ ਹੈ? ਨਿਰਭਉ ਤੇ ਨਿਰਵੈਰ ਹੋਣਾ ਪਏਗਾ। ਇਹ ਚਾਰ ਕੁਆਲਿਟੀਆਂ ਤੇ ਘੱਟੋ ਘੱਟ ਅਸੀਂ ਆਪਣੇ ਚ ਲੈ ਹੀ ਸਕਦੇ ਹਾਂ ਨਾ। ਠੀਕ ਹੈ, ਅਸੀਂ ਕਰਤਾ ਪੁਰਖ ਨਹੀਂ ਬਣ ਸਕਦੇ, ਕਰਤਾ ਉਹੀ ਰਹੇਗਾ, ਪੁਰਖ ਵੀ ਉਹੀ ਰਹੇਗਾ, ਵਿਆਪਕ ਵੀ ਉਹੀ ਰਹੇਗਾ, ਪਰ ਨਿਰਭਉ ਆਪਾਂ ਹੋਣਾ ਹੈ, ਕਿਉਂਕਿ ਅਸੀਂ ਨਿਰਭਉ ਹਾਂ ਨਹੀਂ। ਨਿਰਵੈਰ ਵੀ ਆਪਾਂ ਨੇ ਹੋਣਾ, ਅਸੀਂ ਨਿਰਵੈਰ ਨਹੀਂ ਹਾਂ। ਅਕਾਲ ਮੂਰਤ ਵੀ ਅਸੀਂ ਉਹ ਬਣਨਾ ਹੈ, ਕਿਉਂਕਿ ਅਸੀਂ ਇਸ ਟਾਈਮ ਕਾਲ ਵਿੱਚ ਹਾਂ ਤੇ ਅਸੀਂ ਅਕਾਲ ਹੋ ਸਕਦੇ ਹਾਂ। ਜੰਮਣ ਮਰਨ ਨਾ ਤਿੰਨ ਕੋ, ਜੋ ਹਰ ਲੜ ਲੱਗੇ। ਉਹ ਜੂਨ ਵਿੱਚ ਵੀ ਨਹੀਂ ਹੁੰਦਾ, ਕਾਲ ਵਿੱਚ ਵੀ ਨਹੀਂ ਹੁੰਦਾ। ਜਿਹੜਾ ਜੀਵ ਹਰੀ ਨਾਲ ਲੱਗ ਜਾਂਦਾ ਹੈ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਇਹ ਗੁਣ ਅਸੀਂ ਲੈ ਸਕਦੇ ਹਾਂ, ਇਹ ਗੁਣ ਸਾਡੇ ਵਿੱਚ ਆ ਸਕਦਾ ਹੈ। ਤੇ ਜੋ ਜਨਮ ਮਰਨ ਵਿੱਚ ਵੀ ਨਹੀਂ ਤੇ ਉਹ ਜੂਨ ਵਿੱਚ ਵੀ ਨਹੀਂ ਹੁੰਦਾ। ਇਸ ਲਈ ਅਜੂਨੀ ਇਹ ਇੱਕ ਦਾ ਅਗਲਾ ਪ੍ਰਮੁੱਖ ਗੁਣ। ਇਸ ਤੋਂ ਬਾਅਦ ਸ਼ਬਦ ਹੈ ਜੀ ਸੈਭੰ। ਹੁਣ ਸੈਭੰ ਸ਼ਬਦ ਹੈ, ਜਦੋਂ ਅਸੀਂ ਇਹਦੇ ਅਰਥ ਆਮ ਟੀਕਿਆਂ ਵਿੱਚ ਪੜ੍ਹਦੇ ਹਾਂ, ਤਕਰੀਬਨ ਬਹੁਤਿਆਂ ਵਿਦਵਾਨਾਂ ਨੇ, ਟੀਕਾਕਾਰਾਂ ਨੇ ਇਹਦੇ ਅਰਥ ਕੀਤੇ ਨੇ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਗਟ ਹੋਣ ਵਾਲਾ, ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲਾ।
ਪਰ ਇਹਦੇ ਨਾਲ ਅਸੀਂ ਇੱਕ ਥੋੜਾ ਜਿਹਾ ਹੋਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਦੋ ਸ਼ਬਦਾਂ ਦੀ ਸੰਧੀ ਹੈ। ਸੈ ਮੀਨਸ ਸਵੈ, ਸਵਯੰ, ਆਪਣੇ ਆਪ। ਭੰਗ, ਭੰਗ ਸ਼ਬਦ ਬਣਿਆ ਭੰਗ ਤੋਂ, ਭੰਨਣ ਤੋਂ, ਤੋੜਨ ਤੋਂ। ਹੁਣ ਭੰਗ ਸ਼ਬਦ ਦਾ ਅਰਥ ਹੈ ਭੰਗ ਕਰਨਾ, ਤੋੜ ਦੇਣਾ, ਵੱਖ ਕਰ ਦੇਣਾ, ਅਲੱਗ ਕਰ ਦੇਣਾ, ਇੱਕ ਨਵਾਂ ਰੂਪ ਕੱਢ ਦੇਣਾ। ਸਹਿ ਦਾ ਅਰਥ ਹੈ ਆਪਣੇ ਆਪ। ਸੱਚ ਹੀ ਇੱਕ ਐਸਾ ਹੈ ਜੋ ਆਪਣੇ ਆਪ ਨੂੰ ਤੋੜ ਕੇ ਆਪਣੇ ਵਿੱਚੋਂ ਇੱਕ ਨਹੀਂ ਲੱਖਾਂ ਕਰੋੜਾਂ ਰੂਪ ਕੱਢ ਸਕਦਾ ਹੈ, ਬਣਾ ਸਕਦਾ ਹੈ, ਆਪਣੇ ਆਪ ਨੂੰ ਤੋੜ ਸਕਦਾ ਹੈ, ਭੰਨ ਸਕਦਾ ਹੈ, ਕੱਢ ਸਕਦਾ ਹੈ। ਕਿਉਂਕਿ ਜਿਹੜਾ ਸਾਕਾਰ ਰੂਪ ਹੈ ਨਾ, ਕਾਇਨਾਤ ਹੈ, ਜਿਹੜੀ ਸ੍ਰਿਸ਼ਟੀ ਹੈ, ਸੰਸਾਰ ਹੈ, ਆਪਾਂ ਜੀਵ ਆ, ਸਾਡੇ ਸਰੀਰ ਨੇ, ਇਹ ਸਾਰੇ ਆਏ ਕਿੱਥੋਂ ਨੇ? ਇੱਕ ਤੋਂ ਆਏ ਨੇ। ਆਏ ਤੇ ਸਾਰੇ ਇੱਕ ਤੋਂ ਨੇ, ਇਹ ਸਾਰੇ ਹੀ ਮੰਨਦੇ ਆਪਾਂ। ਸਰਗੁਣ ਰੂਪ ਇਹ ਸੰਸਾਰ ਹੈ, ਨਿਰਗੁਣ ਰੂਪ ਜੋਤ ਹੈ। ਪਰ ਜਿਹੜਾ ਸਰਗੁਣ ਰੂਪ ਹੈ ਨਿਰਗੁਣ ਵਿੱਚੋਂ ਹੀ ਪੈਦਾ ਹੋਇਆ ਹੈ। ਇਸ ਦਾ ਮਤਲਬ ਪਰਮੇਸ਼ਰ ਦਾ ਇੱਕ ਦਾ ਉਹ ਗੁਣ ਜਿਹਦੇ ਨਾਲ ਉਹ ਆਪਣੇ ਆਪ ਨੂੰ ਤੋੜ ਭੰਨ ਕੱਢ ਸਕਦਾ ਹੈ, ਆਪਣੇ ਆਪ ਚੋਂ ਇੱਕ ਵੱਖਰਾ ਨਵਾਂ ਰੂਪ, ਨਵਾਂ ਸੰਸਾਰ ਸਿਰਜ ਸਕਦਾ ਹੈ। ਸਵੈ ਭੰਗ, ਆਪਣੇ ਆਪ ਨੂੰ ਭੰਨਣ ਵਾਲਾ। ਕਿਉਂਕਿ ਜੇ ਅਸੀਂ ਸੁੱਤੇ ਪ੍ਰਕਾਸ਼ ਦੇ ਅਰਥ ਕਰਦੇ ਹਾਂ, ਉਹ ਤੇ ਅਸਲ 'ਚ ਉੱਪਰ ਵੀ ਇਹਦੀ ਥੋੜੀ ਜਿਹੀ ਵਿਆਖਿਆ ਆਈ ਜਾਂਦੀ ਵੀ ਜਿਹੜਾ ਇੱਕ ਹੈ ਉਹ ਇੱਕ ਦਾ ਅਰਥ ਹੀ ਉਹ ਹੁੰਦਾ ਜਿਹਦਾ ਦੂਜਾ ਰੂਪ ਹੀ ਨਹੀਂ, ਜਿਹਨੂੰ ਕੋਈ ਦੂਜਾ ਬਣਾ ਨਹੀਂ ਸਕਦਾ, ਜਿਹਦੇ ਵਰਗਾ ਦੂਜਾ ਹੋ ਨਹੀਂ ਸਕਦਾ। ਉਹ ਤੇ ਉੱਥੇ ਅਰਥ ਚਲੇ ਗਏ ਨਾ। ਓਅੰਕਾਰ ਆਪਣੇ ਆਪ ਨੂੰ ਆਕਾਰ ਦੇਣ ਵਾਲਾ, ਆਪਣੇ ਹੁਕਮ ਨਾਲ ਸਭ ਕੁਝ ਸਾਜਣ ਵਾਲਾ। ਕਿਉਂਕਿ ਦੇਵੀ ਦੇਵਤਿਆਂ ਦੀ ਜਦੋਂ ਗੱਲ ਚੱਲਦੀ ਹੈ, ਉਹ ਬਣਾਏ ਗਏ ਨੇ, ਮੰਨਿਆ ਜਾਂਦਾ ਹੈ। ਉੱਥੇ ਵੀ ਹੁੰਦੇ ਵੀ ਉਹ ਬਣਾਏ ਨੇ, ਪਰ ਕਹਿੰਦੇ ਪਰਮੇਸ਼ਰ ਨੂੰ ਬਣਾਇਆ ਹੀ ਨਹੀਂ। ਉਹ ਆਪਣੇ ਆਪ ਨੂੰ ਘੜਦਾ ਹੈ, ਆਪਣੇ ਆਪ ਨੂੰ ਬਣਾਉਂਦਾ ਹੈ, ਆਪਣੇ ਆਪ ਚੋਂ ਤੋੜ ਵੀ ਦਿੰਦਾ ਹੈ, ਆਪਣੇ ਆਪ ਚੋਂ ਸ੍ਰਿਸ਼ਟੀ ਸਾਜ ਵੀ ਦਿੰਦਾ ਹੈ। ਅਸੀਂ ਚੌਪਈ ਸਾਹਿਬ 'ਚ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ। ਉਦ ਕਰਖ ਕਰਾ ਕਰਤਾਰਾ ਦਾ ਅਰਥ ਹੈ ਜਦੋਂ ਕਰਤਾਰ ਨੇ ਆਪਣਾ ਰੂਪ ਪ੍ਰਗਟ ਕੀਤਾ, ਆਪਣੇ ਆਪ ਚੋਂ ਸ੍ਰਿਸ਼ਟੀ ਪੈਦਾ ਕੀਤੀ। ਪ੍ਰਜਾ ਧਰਤ ਤਬ ਦੇ ਅਪਾਰਾ, ਕਿੰਨੀ ਪ੍ਰਜਾ, ਕਿੰਨੀ ਧਰਤੀ, ਸਾਰਾ ਕੁਝ ਉਹਨੇ ਆਪਣਾ ਅਪਾਰ ਰੂਪ ਪ੍ਰਗਟ ਕੀਤਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹਤਰ ਸਭ ਹੂੰ। ਕਹਿੰਦੇ ਜਦੋਂ ਫਿਰ ਉਹ ਸੱਚ ਹੈ ਜੋ ਆਪਣੇ ਆਪ ਨੂੰ ਅਕਰਖ ਦਾ ਅਰਥ ਹੁੰਦਾ ਸਮੇਟਦਾ ਹੈ, ਜਦੋਂ ਆਪਣੇ ਆਪ ਨੂੰ ਇਕੱਤਰ ਕਰਦਾ ਹੈ, ਉਦੋਂ ਕੀ ਕਰਦਾ ਹੈ? ਕਹਿੰਦੇ ਫਿਰ ਉਹ ਸਭ ਕੁਝ ਆਪਣੇ 'ਚ ਸਮੇਟ ਕੇ ਇੱਕ ਰੂਪ ਬਣਾ ਲੈਂਦਾ ਆਪਣਾ। ਤੁਮ ਮੈਂ ਮਿਲਤ ਦੇਹ ਧਰ ਸਭੂ, ਜਿੰਨੇ ਦੇਹਾਂ ਨੇ, ਜਿੰਨੇ ਸਰੀਰ ਨੇ, ਜਿੰਨਾ ਇਹ ਸੰਸਾਰ ਕਾਇਨਾਤ ਹੈ, ਇਹ ਸਾਰਾ ਉਹਦੇ ਵਿੱਚ ਹੀ ਮਿਲ ਜਾਂਦਾ ਹੈ। ਇਹਨੂੰ ਕਹਿੰਦੇ ਨੇ ਭੰਨਣ ਘੜਨ ਸਮਰੱਥ ਹੈ ਕਰਤੇ। ਇੱਕ ਕਰਤਾ ਹੀ ਹੈ ਜੋ ਆਪਣੇ ਆਪ ਨੂੰ ਭੰਨ ਸਕਦਾ ਹੈ, ਘੜ ਸਕਦਾ ਹੈ, ਆਪਣੇ ਕਈ ਰੂਪ ਬਣਾ ਸਕਦਾ ਹੈ ਤੇ ਦੁਬਾਰਾ ਫੇਰ ਆਪਣੇ 'ਚ ਮੇਲ ਸਕਦਾ ਹੈ। ਸਵੈ ਭੰਗ, ਆਪਣੇ ਆਪ ਨੂੰ ਭੰਗ ਕਰਨ ਵਾਲਾ, ਆਪਣੇ ਆਪ ਚੋਂ ਅਨੇਕਾਂ ਰੂਪਾਂ ਨੂੰ ਪ੍ਰਗਟ ਕਰਨ ਵਾਲਾ, ਇਹ ਕਹਿ ਸਕਦੇ ਹਾਂ ਆਪਾਂ। ਇਕੱਲੇ ਇਹ ਨਾ ਕਹੀ ਵੀ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ, ਆਪਣੇ ਵਿੱਚੋਂ ਅਨੇਕਾਂ ਰੂਪਾਂ ਨੂੰ ਪ੍ਰਗਟ ਕਰਦਾ ਹੈ। ਅਸੀਂ ਸਾਰੇ ਉਹਦੇ ਚੋਂ ਹੀ ਪ੍ਰਗਟ ਹੋਏ ਆ। ਇਹ ਸ਼ਕਤੀ ਸਹਿ ਭੰਗ ਸਾਡੇ ਵਿੱਚ ਨਹੀਂ ਹੋ ਸਕਦੇ। ਅਸੀਂ ਆਪਣੇ ਆਪ ਤੋਂ ਪ੍ਰਗਟ ਨਹੀਂ ਹੋ ਸਕਦੇ, ਸਾਨੂੰ ਕਿਸੇ ਦੂਜੇ ਦੀ ਲੋੜ ਪੈਂਦੀ ਹੈ, ਸਰੀਰ ਰੂਪ ਵਿੱਚ ਵੀ, ਜੋਤ ਰੂਪ ਵਿੱਚ ਵੀ। ਸਹਿਪੰਗ ਉਹਦਾ ਇੱਕ ਬਹੁਤ ਵਿਸ਼ੇਸ਼ ਗੁਣ ਹੈ। ਇਹ ਗੁਣ ਅੱਜ ਤੱਕ ਸ਼ਾਇਦ ਕਿਸੇ ਦੂਜੀ ਮਤ ਵਿੱਚ ਨਾ ਆਇਆ ਹੋਵੇ। ਤਾਂ ਗੁਰੂ ਸਾਹਿਬ ਨੇ ਇਸ ਤੋਂ ਬਾਅਦ ਇੱਥੇ ਆ ਕੇ ਹੁਣ ਸ਼ਬਦ ਲੈ ਕੇ ਆਉਂਦੇ ਨੇ। ਇਹ ਹੁਣ ਦੇਖੋ ਜੀ, ਸਹਿਪੰਗ ਤੱਕ ਹੋ ਗਏ 8 ਗੁਣ। ਇਹਦੀ ਤੁਸੀਂ ਗਿਣਤੀ ਕਰ ਲਓ, ਇਹਨੂੰ ਸਮਝ ਲਓ, ਕੋਈ ਭੁਲੇਖਾ ਨਾ ਰਹਿ ਜਾਏ। ਇੱਕ ਉਹਨੂੰ ਅਲੱਗ ਕਰ ਲੈਣਾ ਸੀ। ਇੱਕ ਦਾ ਅਰਥ ਹੈ ਕੰਪਲੀਟ, ਕੰਪਲੀਟ, ਓਨਲੀ ਵਨ, ਜਿਸ ਵਰਗਾ ਦੂਜਾ ਹੋ ਹੀ ਨਹੀਂ ਸਕਦਾ, ਜੋ ਹਰ ਪੱਖ ਵਿੱਚ, ਹਰ ਕਲਾ ਵਿੱਚ, ਹਰ ਗੁਣ ਵਿੱਚ, ਹਰ ਸ਼ਕਤੀ ਵਿੱਚ, ਹਰ ਪ੍ਰਕਾਸ਼ ਵਿੱਚ, ਹਰ ਗਿਆਨ ਵਿੱਚ ਸੰਪੂਰਨ ਹੈ, ਕੰਪਲੀਟ ਹੈ, ਉਹਦੇ ਚ ਅਧੂਰਾਪਨ ਨਹੀਂ ਹੈ। ਉਹਨੂੰ ਇੱਕ ਕਹਿੰਦੇ ਨੇ। ਉਦਾਂ ਇੱਕ ਬਹੁਤ ਨੇ, ਇੱਕ ਸੂਰਜ ਵੀ ਹੈ, ਇੱਕ ਧਰਤੀ ਵੀ ਹੈ, ਇੱਕ ਚੰਦਰਮਾ ਵੀ ਹੈ, ਇੱਕ ਕਾਇਨਾਤ ਵੀ ਹੈ, ਇੱਕ ਤੇ ਹੋਰ ਵੀ ਬੜਾ ਕੁਝ ਹੁੰਦਾ ਨਾ, ਪਰ ਇਹ ਅਧੂਰਾ ਹੈ। ਜੋ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਨਿਰਭਰ ਹਾਂ, ਅਸੀਂ ਡਿਪੈਂਡੈਂਟ ਹਾਂ, ਇੱਕ ਜੋ ਇਨਡਿਪੈਂਡੈਂਟ ਹੈ। ਹੁਣ ਉਹ ਇੱਕ ਦੀਆਂ ਅੱਗੇ 8 ਕੁਆਲਿਟੀਆਂ ਨੇ। ਇੱਕ ਹੀ ਓਅੰਕਾਰ, ਪਹਿਲੀ ਕੀ ਹੈ? ਓਅੰਕਾਰ। ਦੂਜੀ ਕੀ ਹੈ? ਸਤਨਾਮ। ਤੀਸਰੀ ਕਰਤਾ ਪੁਰਖ। ਚੌਥੀ ਨਿਰਭਉ। ਪੰਜਵੀਂ ਨਿਰਵੈਰ। ਛੇਵੀਂ ਅਕਾਲ ਮੂਰਤ। ਸੱਤਵੀਂ ਅਜੂਨੀ। 8ਵੀਂ ਸੈਭੰਗ। ਇਸ ਤੋਂ ਅੱਗੇ ਹੁਣ ਗੁਰੂ ਸਾਹਿਬ ਸ਼ਬਦ ਵਰਤ ਰਹੇ ਨੇ, ਗੁਰ ਪ੍ਰਸਾਦ।
ਹੁਣ ਕਹਿੰਦੇ ਇਸ ਇੱਕ ਨੂੰ ਜਿਹੜਾ ਕੰਪਲੀਟ ਹੈ, ਜਿਹੜਾ ਸਾਡੇ ਤੋਂ ਪਤਾ ਹੀ ਨਹੀਂ ਕਿੰਨਾ ਵੱਡਾ ਹੈ, ਕਿੰਨਾ ਅੱਗੇ ਹੈ, ਕਿੰਨਾ ਗਿਆਨਵਾਨ ਹੈ, ਕਿੰਨਾ ਪ੍ਰਕਾਸ਼ਮਾਨ ਹੈ, ਕਿੰਨਾ ਸ਼ਕਤੀਸ਼ਾਲੀ ਹੈ, ਕੀ ਅਸੀਂ ਉਸ ਨੂੰ ਆਪਣੀ ਅਕਲ, ਮਤ, ਬੁੱਧ, ਸਿਆਣਪ, ਚਲਾਕੀ, ਚਤੁਰਾਈ ਨਾਲ ਜਾਣ ਸਕਦੇ ਹਾਂ, ਸਮਝ ਸਕਦੇ ਹਾਂ, ਉਹਦੇ ਨੂੰ ਮਿਲ ਸਕਦੇ ਹਾਂ, ਉਹਦੇ ਵਿੱਚ ਲੀਨ ਹੋ ਸਕਦੇ ਹਾਂ? ਇਹਦਾ ਉੱਤਰ ਆਏਗਾ ਨਹੀਂ, ਇੰਪੋਸੀਬਲ, ਨੈਵਰ, ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ। ਸਾਡੀ ਆਪਣੀ ਅਕਲ, ਮਤ, ਬੁੱਧ ਨਾਲ ਜੇ ਅਸੀਂ ਉਹਨੂੰ ਪਾ ਸਕਦੇ ਹੋਈਏ, ਸਮਝ ਸਕਦੇ ਹੋਈਏ, ਉਹ ਸਾਡੀ ਪਕੜ ਵਿੱਚ ਆ ਜਾਏ, ਫਿਰ ਅਸੀਂ ਵੱਡੇ ਹੋ ਜਾਵਾਂਗੇ, ਉਹ ਸਾਡੇ ਤੋਂ ਬਹੁਤ ਛੋਟਾ ਹੋ ਜਾਏਗਾ। ਜਿਹੜੀ ਚੀਜ਼ ਨੂੰ ਤੁਸੀਂ ਖਰੀਦ ਸਕਦੇ ਹੋ, ਜਿਸ ਚੀਜ਼ ਨੂੰ ਤੁਸੀਂ ਕੈਚ ਕਰ ਸਕਦੇ ਹੋ, ਪਕੜ ਸਕਦੇ ਹੋ, ਸਮਝ ਸਕਦੇ ਹੋ, ਉਹ ਫਿਰ ਤੁਹਾਡੀ ਪਕੜ ਵਿੱਚ ਆ ਕੇ ਤੁਹਾਡੀ ਗੁਲਾਮ ਬਣ ਜਾਂਦੀ ਹੈ। ਜਿਵੇਂ ਅਸੀਂ PhD ਲੋਕ ਕਰ ਜਾਂਦੇ ਨੇ, PhD ਅੱਜ ਕੱਲ੍ਹ ਛੋਟੀ ਜਿਹੀ ਗੱਲ ਰਹਿ ਗਈ ਹੈ, ਪੜ੍ਹਾਈ ਦਾ ਸਭ ਤੋਂ ਵੱਡਾ ਰੂਪ ਹੈ, ਪਰ ਮਨੁੱਖਾਂ ਨੇ ਕਰ ਲਿਆ। ਪਰ ਰੱਬ ਦੀ PhD ਕੀ ਕਰੋਗੇ? ਸੱਚ ਨੂੰ ਕਿਹੜੀ PhD ਦੀ ਲੋੜ ਹੈ? ਉਹਨੂੰ ਸਿਰਫ ਅਸੀਂ ਉਹਦੇ ਵੱਧ ਤੋਂ ਵੱਧ ਰੂਪ ਨੂੰ ਸਮਝ ਸਕਦੇ ਹਾਂ। ਸਮਝੀ ਜਿੰਨਾ ਮਰਜੀ ਜਾਈਏ, ਕੋਈ ਅੰਤ ਨਹੀਂ ਹੈ। ਪਰ ਉਹ ਕਹਿੰਦੇ ਹੁਣ ਸਮਝ ਵਿੱਚ ਕਿਵੇਂ ਆਏ, ਉਹਨੂੰ ਅਸੀਂ ਕਿਵੇਂ ਜਾਣੀਏ, ਕਿਵੇਂ ਮਿਲੀਏ, ਕਿਵੇਂ ਲੀਨ ਹੋਈਏ, ਕਿਵੇਂ ਉਹਦੇ ਗੁਣਾਂ ਨੂੰ ਆਪਣੇ ਵਿੱਚ ਲੈ ਕੇ ਆਈਏ? ਮਹਾਰਾਜ ਕਹਿੰਦੇ ਉੱਥੇ ਤੁਹਾਨੂੰ ਕੀ ਲੋੜ ਪੈਣੀ ਹੈ? ਗੁਰ ਪ੍ਰਸਾਦ, ਗੁਰ ਦੀ ਕਿਰਪਾ, ਗਿਆਨ ਦੀ ਕਿਰਪਾ। ਗੁਰ ਦਾ ਅਰਥ ਹੁੰਦਾ ਗਿਆਨ, ਸਮਝ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦ੍ਰਿੜਾਏ। ਇਹ ਗਿਆਨ ਰੂਪ ਗੁਰ ਪ੍ਰਸਾਦ ਹੀ ਸਾਨੂੰ ਨਾਮ ਸੱਚ ਦ੍ਰਿੜ ਕਰਵਾਏਗਾ। ਗੁਰ ਪ੍ਰਸਾਦ ਤੋਂ ਬਿਨਾ ਸਿੱਖ ਇੱਕ ਕਦਮ ਵੀ ਨਹੀਂ ਤੁਰ ਸਕਦਾ। ਗੁਰ ਪ੍ਰਸਾਦ ਤੋਂ ਬਿਨਾ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਵੈਸੇ ਤਾਂ ਸੰਸਾਰ ਵਿੱਚ ਵੀ ਗੁਰ ਪ੍ਰਸਾਦ ਹੀ ਵਰਤਦਾ ਹੈ। ਚਲੋ ਇਹ ਆਪਣੀ ਆਪਣੀ ਸਮਝ ਹੁੰਦੀ ਹੈ ਵੀ ਅਸੀਂ ਕਿੰਨਾ ਕੁ ਗੁਰ ਪ੍ਰਸਾਦ ਨੂੰ ਸਮਝ ਰਹੇ ਹਾਂ। ਅਕੋਰਡਿੰਗ ਟੂ ਗੁਰਬਾਣੀ ਤੇ ਹੀ ਲੱਗਦਾ ਵੀ ਸਾਡੀ ਜ਼ਿੰਦਗੀ ਦਾ ਹਰ ਪਲ, ਸਾਡਾ ਹਰ ਸਵਾਸ, ਸਾਡੀ ਜ਼ਿੰਦਗੀ ਦੀ ਹਰ ਘੜੀ, ਹਰ ਸਮਾਂ, ਹਰ ਮੌਕਾ, ਹਰ ਦੁੱਖ, ਹਰ ਸੁੱਖ ਗੁਰ ਪ੍ਰਸਾਦ ਨਾਲ ਹੀ ਜੁੜਿਆ ਹੋਇਆ ਹੈ। ਸਾਡੀ ਹਰ ਪ੍ਰਾਪਤੀ, ਸਾਡੀ ਹਰ ਅਚੀਵਮੈਂਟ, ਸਾਡਾ ਹਰ ਗੋਲ ਉਸ ਗੁਰ ਪ੍ਰਸਾਦ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਉਹਦੇ ਨਾਲ ਹੀ ਹੁੰਦਾ। ਉੱਥੇ ਵੀ ਗੁਰ ਪ੍ਰਸਾਦ ਵਰਤਦਾ। ਚਲੋ ਸੰਸਾਰ ਜਾਂ ਸਮਾਜ ਵਿੱਚ ਅਸੀਂ ਕਹਿ ਦਿੰਦੇ ਹਾਂ ਮੈਂ ਕੀਤਾ, ਮੇਰੇ ਕਰਕੇ ਹੋਇਆ ਜਾਂ ਮੈਂ ਬਣਾਇਆ, ਹਨਾ, ਵਰਤਦਾ ਖੈਰ ਉੱਥੇ ਵੀ ਗੁਰ ਪ੍ਰਸਾਦ ਹੀ ਹੈ। ਪਰ ਇੱਥੇ ਤੇ ਇੰਪੋਸੀਬਲ ਹੈ ਨਾ, ਤੁਸੀਂ ਕਰ ਹੀ ਨਹੀਂ ਸਕਦੇ, ਸਮਝ ਹੀ ਨਹੀਂ ਸਕਦੇ, ਤੁਰ ਹੀ ਨਹੀਂ ਸਕਦੇ ਇੱਕ ਕਦਮ ਵੀ। ਇਸ ਲਈ ਗੁਰ ਪ੍ਰਸਾਦ ਨੂੰ ਮੂਲ ਮੰਤਰ ਦੇ ਬਿਲਕੁਲ ਨਾਲ ਲੈ ਕੇ ਆਂਦਾ, ਹਾਲਾਂਕਿ ਇਹਨੂੰ ਜਪ ਤੋਂ ਬਾਅਦ ਵੀ ਲਿਖਿਆ ਜਾ ਸਕਦਾ ਸੀ। ਭਾਵ ਕੀ ਹੈ ਵੀ ਹੁਣ ਇਹਨੂੰ ਤੇ ਜੋ ਅੱਗੇ ਸਾਰਾ ਗੁਰਬਾਣੀ ਦਾ ਪ੍ਰਵਾਹ ਚੱਲਣਾ ਹੈ, ਸਿੱਖਾ ਤੈਨੂੰ ਗੁਰ ਪ੍ਰਸਾਦ ਦੀ ਲੋੜ ਪੈਣੀ ਹੈ, ਗੁਰੂ ਕਿਰਪਾ ਦੀ ਲੋੜ ਪੈਗੀ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਜਿਹੜੀ ਹੁਣ ਗੁਪਤ ਰੂਪ ਚ ਸਾਡੇ ਵਿੱਚ ਇੱਕ ਸ਼ਕਤੀ ਵਰਤੇਗੀ, ਪਾਵਰ ਵਰਤੇਗੀ। ਹੁਣ ਦੇਖੋ ਦੋ ਚੀਜ਼ਾਂ ਨੇ ਪ੍ਰਸਾਦ ਦੇ ਰੂਪ ਦੇ ਵਿੱਚ। ਇੱਕ ਤਾਂ ਗੁਰਪ੍ਰਸਾਦ ਹੁੰਦਾ ਗਿਆਨ ਦੀ ਕਿਰਪਾ, ਜਿੰਨੀ ਜਿੰਨੀ ਸਾਨੂੰ ਸਮਝ ਆਏਗੀ ਅਸੀਂ ਸਮਝਾਂਗੇ, ਅਸੀਂ ਉਨਾ ਅੱਗੇ ਵਧਾਂਗੇ, ਉਨਾ ਜਾਣਾਂਗੇ। ਇੱਕ ਹੁੰਦਾ ਵੀ ਸਾਡੀ ਸਮਝਣ ਦੀ ਸ਼ਕਤੀ ਹੈ, ਸਾਡੇ ਚ ਸਮਝਣ ਦੀ ਭਾਵਨਾ ਹੈ, ਪਰ ਸਮਝ ਨਹੀਂ ਆ ਰਿਹਾ, ਉੱਥੇ ਫਿਰ ਸ਼ਕਤੀ, ਪਾਵਰ ਰੂਪ ਕਿਰਪਾ ਵੀ ਤੁਹਾਡੇ ਤੇ ਵਰਕ ਕਰਦੀ ਹੈ। ਤੁਸੀਂ ਆਪਾਂ ਕਹਿੰਦੇ ਨਾ ਵੀ ਮੈਨੂੰ ਸਮਝ ਨਹੀਂ ਆ ਰਿਹਾ, ਪਰ ਮੈਂ ਸਮਝਣਾ ਚਾਹੁੰਦਾ, ਵੀ ਗਿਆਨ ਲੈਣਾ ਚਾਹੁੰਦਾ, ਪਰ ਮੈਨੂੰ ਗਿਆਨ ਦੀ ਪਕੜ ਨਹੀਂ ਆ ਰਹੀ, ਗੱਲ ਮੇਰੀ ਪਕੜ ਵਿੱਚ ਨਹੀਂ ਆ। ਉੱਥੇ ਫਿਰ ਸ਼ਕਤੀ ਰੂਪ ਗੁਰਪ੍ਰਸਾਦ ਵਰਤਦਾ, ਜਿਹਨੂੰ ਅਸੀਂ ਕਹਿੰਦੇ ਹਾਂ ਅਦ੍ਰਿਸ਼ ਸ਼ਕਤੀ। ਅਸੀਂ ਉਹਦੇ ਤੋਂ ਇਨਕਾਰੀ ਨਹੀਂ ਹੋ ਸਕਦੇ, ਕਿਉਂਕਿ ਪਰਮੇਸ਼ਰ ਦੀ ਅਦ੍ਰਿਸ਼ ਸ਼ਕਤੀ ਤੇ ਹਰ ਥਾਂ ਤੇ ਵਰਤ ਰਹੀ ਹੈ ਨਾ, ਕਿੱਥੇ ਨਹੀਂ ਵਰਤ ਰਹੀ। ਹਵਾ ਪਵਨ ਉਸੇ ਦੀ ਹੈ। ਹੁਣ ਪਵਨ ਦਿਸਦੀ ਤੇ ਹੈ ਨਹੀਂ, ਆਕਾਰ ਤੇ ਦਿਸਦਾ ਨਹੀਂ ਪਵਨ ਦਾ, ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਨਾ ਪਵਨ ਦਾ। ਪਰ ਅਸੀਂ ਇਹ ਨਹੀਂ ਨਾ ਕਹਿ ਸਕਦੇ ਪਵਨ ਹੈ ਨਹੀਂ। ਸਾਡੇ ਸਵਾਸ ਚੱਲਦੇ ਨੇ, ਅਸੀਂ ਸਾਹ ਲੈ ਰਹੇ ਹਾਂ, ਅਸੀਂ ਇਹ ਨਹੀਂ ਕਹਿ ਸਕਦੇ ਸਾਹ ਹੈ ਨਹੀਂ। ਇਹਨੂੰ ਕਹਿੰਦੇ ਨੇ ਅਦ੍ਰਿਸ਼ ਸ਼ਕਤੀ। ਉਹ ਸਾਡੇ ਨਾਲ ਵੀ ਵਰਤਦੀ ਹੈ, ਹਰ ਸਮੇਂ, ਹਰ ਥਾਂ ਤੇ, ਹਰ ਇੱਕ ਦੇ ਅੰਦਰ ਹੈ, ਹਰ ਇੱਕ ਨਾਲ ਵਰਤਦੀ ਹੈ। ਪਰ ਉਹਦਾ ਅਹਿਸਾਸ ਜਾਂ ਅਭਾਵ ਕਿਸੇ ਕਿਸੇ ਨੂੰ ਹੁੰਦਾ ਹੈ, ਕੋਈ ਕੋਈ ਉਹਨੂੰ ਮੰਨਦਾ ਹੈ। ਉਹਨੂੰ ਕਹਿੰਦੇ ਨੇ ਤੁਸੀਂ ਆਪਣੀ ਬੁੱਧੀ ਦੀ ਅੱਖ ਨਾਲ ਉਹਨੂੰ ਦੇਖਦੇ ਹੋ। ਉਹ ਇਹਨਾਂ ਅੱਖਾਂ ਨਾਲ ਨਹੀਂ ਦਿਖਦੀ, ਉਹ ਸਾਡੀ ਆਈਜ਼ ਨਾਲ ਨਹੀਂ ਦਿਖਦੀ, ਉਹ ਸਾਡੀ ਅਕਲ, ਮਤ, ਗਿਆਨ ਨਾਲ ਦਿਖਦੀ ਹੈ। ਤੋ ਇਹ ਗੁਰਪ੍ਰਸਾਦ ਕਿ ਅਸੀਂ ਐਸੇ ਇੱਕ ਨੂੰ ਸਮਝਣ ਲਈ, ਉਹਦੇ ਨਾਲ ਮਿਲਣ ਲਈ, ਉਹਦੇ ਗੁਣਾਂ ਨੂੰ, ਉਸ ਕੁਆਲਿਟੀ ਨੂੰ ਆਪਣੇ ਵਿੱਚ ਲੈ ਕੇ ਆਉਣ ਵਾਸਤੇ ਸਾਨੂੰ ਗੁਰਪ੍ਰਸਾਦ ਦੀ ਹੀ ਲੋੜ ਪਏਗੀ। ਗਿਆਨ ਦੀ ਕਿਰਪਾ ਹੋਏਗੀ, ਤੇ ਜਿੱਥੇ ਗਿਆਨ ਵੀ ਜਵਾਬ ਦੇ ਜਾਏ, ਭਾਵ ਸਾਡੀ ਅਕਲ ਮਤ ਜਵਾਬ ਦੇ ਜਾਏ, ਉੱਥੇ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਕੇ ਸਾਨੂੰ ਉਹ ਮਤ ਬੁੱਧ ਦੇ ਦੇਣਗੇ, ਉਹ ਸਮਝ ਦੇ ਦੇਣਗੇ, ਐਸੀ ਕੋਈ ਕਲਾ ਉਹ ਵਰਤਾ ਦੇਣਗੇ ਜਿਸ ਸਦਕਾ ਅਸੀਂ ਇੱਕ ਵਾਲੇ ਪਾਸੇ ਤੁਰ ਸਕਦੇ ਹਾਂ।
ਸਾਡੇ ਮਨ ਦੇ ਵਿੱਚ ਇੱਕ ਤੋਂ ਬਿਨਾਂ, ਹੁਣ ਦੇਖੋ ਇੱਕ ਤੋਂ ਬਿਨਾਂ ਕੀ ਹੈ, ਇੱਕ ਤੋਂ ਬਿਨਾਂ ਦੂਜੀ ਜੋ ਹੈ ਦੂਸਰਾ, ਇੱਕ 1 ਹੋ ਗਿਆ, ਇੱਕ ਹੋ ਗਿਆ ਸੈਕਿੰਡ, ਇੱਕ ਤੋਂ ਬਿਨਾਂ ਜੋ ਦੂਜਾ ਹੈ, ਹੁਣ ਦੂਜਾ ਕੀ ਹੈ, ਦੂਜੀ ਹੈ ਮਾਇਆ, ਦੂਜਾ ਹੈ ਸੰਸਾਰ, ਦੂਜਾ ਹੈ ਸਰੀਰ, ਉਹ ਸਭ ਜੜ ਰੂਪ ਹੈ, ਇੱਕ ਚੇਤਨ ਰੂਪ ਹੈ। ਜੋਤ ਚੇਤਨ ਹੁੰਦੀ ਹੈ, ਸਰੀਰ ਜੜ ਹੁੰਦਾ ਹੈ, ਮੈਟਰ ਪਦਾਰਥ ਇਹ ਸਾਰਾ ਜੜ ਰੂਪ ਹੈ। ਸੁਰਤ ਜਦੋਂ ਇੱਕ ਨੂੰ ਛੱਡ ਕੇ ਸੰਸਾਰ ਨਾਲ ਜੁੜਦੀ ਹੈ, ਜੜ ਨਾਲ ਜੁੜ ਜਾਂਦੀ ਹੈ, ਦੂਸਰੇ ਨਾਲ। ਖਸਮ ਛੋੜ ਸੱਚ ਛੱਡ ਦਿੱਤਾ, ਮੂਲ ਛੱਡ ਦਿੱਤਾ, ਜੋਤ ਛੱਡ ਦਿੱਤੀ, ਦੂਜਾ ਲੱਗੇ ਮਾਇਆ ਨਾਲ, ਸੰਸਾਰ ਨਾਲ, ਪਦਾਰਥਾਂ ਨਾਲ, ਅਡੰਬਰਾਂ ਨਾਲ, ਰੰਗ ਤਮਾਸ਼ਿਆਂ ਨਾਲ ਲੱਗ ਗਿਆ, ਜੁੜ ਗਿਆ, ਡੁੱਬੇ ਸੇ ਬਣ ਜਾ ਰਿਹਾ, ਉਹ ਜੀਵ ਰੂਪ ਬਣ ਜਾ ਰਹੇ, ਡੁੱਬ ਗਏ। ਪਰ ਗੁਰਪ੍ਰਸਾਦ ਕੀ ਵਰਤਦਾ ਹੈ? ਗੁਰਪ੍ਰਸਾਦ ਜਦੋਂ ਵਰਤਦਾ ਤੁਹਾਨੂੰ ਦੂਜੇ ਪਾਸੇ ਜਾਣ ਹੀ ਨਹੀਂ ਦਿੰਦਾ, ਦੂਜੇ ਦਾ, ਮਾਇਆ ਦਾ, ਸੰਸਾਰ ਦਾ ਗਿਆਨ ਕਰਵਾ ਦੇਗਾ। ਔਰ ਇਹ ਵੀ ਇੱਕ ਵਿਡੰਬਨਾ ਹੀ ਕਹਿ ਲਈਏ, ਗਿਆਨ ਤੋਂ ਬਿਨਾਂ ਸੰਸਾਰ ਛੱਡਿਆ ਵੀ ਨਹੀਂ ਜਾਂਦਾ। ਜਦੋਂ ਸਾਨੂੰ ਸੰਸਾਰ ਦਾ ਗਿਆਨ ਹੋ ਗਿਆ, ਛੱਡਣ ਲੱਗਿਆਂ ਦੇਰ ਨਹੀਂ ਲੱਗਦੀ। ਜਿਸ ਦਿਨ ਬੰਦੇ ਨੂੰ ਜ਼ਹਿਰ ਦਾ ਪਤਾ ਲੱਗ ਜਾਏ ਨਾ, ਜ਼ਹਿਰ ਦੇ ਨੁਕਸਾਨ ਪਤਾ ਲੱਗ ਜਾਣ, ਜ਼ਹਿਰ ਦੀ ਪਹਿਚਾਣ ਹੋ ਜਾਏ, ਉਦੋਂ ਬੰਦਾ ਛੱਡ ਦਿੰਦਾ, ਫਿਰ ਕੋਈ ਨਹੀਂ ਜ਼ਹਿਰ ਵਰਤਦਾ। ਹਾਂ, ਅਣਜਾਣਪੁਣੇ ਵਿੱਚ ਬੰਦਾ ਜ਼ਹਿਰ ਵਰਤੀ ਜਾਏ, ਗੱਲ ਵੱਖਰੀ ਹੈ। ਪਰ ਸਾਡੀ ਅੱਜ ਦੀ ਹਾਲਤ ਇਹ ਹੈ, ਅੱਜ ਦਾ ਜਿਹੜਾ ਜੀਵ ਹੈ, ਅਜੋਕੇ ਸਮੇਂ ਦੇ ਅੰਦਰ ਮਨੁੱਖ ਦੀ ਹਾਲਤ ਹੈ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਅਸੀਂ ਇੱਕ ਛੱਡਿਆ, ਸੱਚ ਛੱਡਿਆ, ਝੂਠ ਨਾਲ, ਮਾਇਆ ਨਾਲ, ਸੰਸਾਰ ਨਾਲ ਜੁੜੇ ਹੋਏ। ਇਹ ਮਨੁੱਖ ਦੇ, ਹਰ ਮਨੁੱਖ ਦੀ ਕਹਾਣੀ ਹੈ। ਹੁਣ ਆਮ ਮਨੁੱਖਤਾ ਵਿੱਚੋਂ ਕੋਟਨ ਮੈਂ ਕਹੂੰ, ਕਰੋੜਾਂ ਚੋਂ ਕੋਈ ਵਿਰਲੇ ਹੁੰਦੇ ਨੇ ਜਿਹੜੇ ਇੱਕ ਵਾਲੇ ਮੂਲ ਵਾਲੇ ਪਾਸੇ, ਸੱਚ ਵਾਲੇ ਪਾਸੇ ਤੁਰਦੇ ਨੇ। ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਹੈ, ਬੌਧਿਕ ਲੈਵਲ ਹੈ, ਜੋ ਉਹਨਾਂ ਦੀ ਬੁੱਧੀ ਦੀ ਪਕੜ ਹੈ, ਜੋ ਉਹਨਾਂ ਦੀ ਸਮਝ ਹੈ, ਜੋ ਉਹਨਾਂ ਦਾ ਟੇਸਟ ਹੈ, ਉਹ ਧਰਮ ਵਾਲੇ ਪਾਸੇ ਹੋ ਜਾਂਦੇ। ਕਰੋੜਾਂ ਚੋਂ ਵਿਰਲੇ ਹੁੰਦੇ ਨੇ, ਇਸ ਪਾਸੇ ਸਾਰੇ ਨਹੀਂ ਤੁਰ ਸਕਦੇ। ਇਹਨੂੰ ਮਹਾਰਾਜ ਨੇ ਤਾਂ ਹੀ ਕਿਹਾ ਸੀ, ਜਨ ਨਾਨਕ ਇਹ ਖੇਲ ਕਠਨ ਹੈ, ਇਹਨੂੰ ਹੁਣ ਗੁਰਮੁਖ ਜਾਨਣਾ। ਇਹ ਕਹਿੰਦੇ ਖੇਡ ਬੜੀ ਕਠਨ ਹੈ, ਇਹ ਕਰੋੜਾਂ ਚ ਕੋਈ ਵਿਰਲਾ ਸਮਝਦਾ ਹੈ। ਇਸ ਲਈ ਗੁਰਮਤ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਕਦੀ ਭੀੜ ਨਹੀਂ ਹੋਗੀ, ਖਾਲੀ ਮਿਲੇਗਾ ਮਾਰਗ ਤੁਹਾਨੂੰ। ਕਬੀਰ ਜੀ ਕਹਿੰਦੇ ਕਬੀਰ ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਇਹ ਅਵਕਟ ਘਾਟੀ ਹੈ, ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਕਬੀਰ ਜੀ ਨੇ ਗੁਰਮਤ ਦੀ ਅਵਕਟ ਘਾਟੀ ਵਾਲਾ ਰਸਤਾ ਅਪਣਾਇਆ। ਸਾਡੇ ਲਈ ਬਹੁਤ ਕਠਿਨ ਹੈ ਗੁਰਮਤ ਦੀ ਅਵਕਟ ਘਾਟੀ ਤੇ ਚੜਨਾ। ਵੱਡੇ ਵੱਡੇ ਲੋਕ ਹੱਥ ਖੜੇ ਕਰ ਜਾਂਦੇ ਨੇ ਗੁਰਮਤ ਦੇ ਰਸਤੇ ਤੇ ਤੁਰਨ, ਲੋਕ ਤੁਰਦੇ ਨੇ, ਤੁਰ ਕੇ ਫੇਰ ਪਿੱਛੇ ਮੁੜ ਜਾਂਦੇ ਨੇ। ਬਹੁਤ ਨੇੜੇ ਜਾ ਕੇ ਲੋਕ ਰਾਹ ਛੱਡ ਦਿੰਦੇ ਨੇ ਗੁਰਮਤ ਦਾ। ਬੜੇ ਵੱਡੇ ਵੱਡੇ ਸਿੱਖ ਬਣੇ, ਅੱਗੇ ਜਾ ਕੇ ਕਿਸੇ ਨੇ ਡੇਰਾ ਬਣਾ ਲਿਆ, ਕੋਈ ਸਾਧੂ ਬਣ ਗਿਆ, ਕੋਈ ਮਹਾਂਪੁਰਖ ਬਣ ਗਿਆ, ਕਿਸੇ ਨੇ ਅਡੰਬਰ ਰਚ ਲਿਆ, ਕੋਈ ਆਪਣੀ ਪੂਜਾ ਕਰਾਉਣ ਲੱਗ ਪਿਆ, ਕੋਈ ਪ੍ਰਪੰਚ ਰਚਣ ਲੱਗ ਪਿਆ, ਕੋਈ ਵੈਸੀ ਸਿੱਖੀ ਤੋਂ ਬਾਹਰ ਨਿਕਲ ਗਿਆ, ਕੋਈ ਕੁਝ ਕਰਨ। ਬੜਾ ਔਖਾ। ਮਹਾਰਾਜ ਨੇ ਤਾਂ ਹੀ ਕਿਹਾ ਸੀ ਅਵਕਟ ਘਾਟੀ ਰਾਮ ਕੀ। ਬੜਾ ਔਖਾ ਇਸ ਘਾਟੀ ਤੇ ਤੁਰਨਾ। ਹਾਂ, ਨਾਮੁਮਕਿਨ ਨਹੀਂ ਹੈ, ਇੰਪੋਸੀਬਲ। ਤੁਰ ਸਕਦੇ ਹੋ ਤੁਸੀਂ, ਪਰ ਗੁਰਪ੍ਰਸਾਦ ਨਾਲ ਤੁਰੋਗੇ। ਜੇ ਗੁਰਪ੍ਰਸਾਦ ਲੈ ਕੇ ਤੁਰਾਂਗੇ ਨਾ, ਇਹੀ ਫਰਕ ਹੈ। ਹੁਣ ਸਮਝੋ, ਜੇ ਗੁਰਪ੍ਰਸਾਦ ਨਾਲ ਤੁਰਾਂਗੇ ਤਾਂ ਅਸੀਂ ਅਵਕਟ ਘਾਟੀ ਚੜ ਜਾਵਾਂਗੇ। ਜੇ ਆਪਣੀ ਮੱਤ ਲੈ ਕੇ ਤੁਰਾਂਗੇ, ਆਪਣਾ ਹੰਕਾਰ ਨਾਲ ਤੁਰਾਂਗੇ, ਤੇ ਅਸੀਂ ਅੱਗੇ ਜਾ ਕੇ ਰਾਹ ਵੀ ਭੁੱਲਾਂਗੇ, ਰਾਹ ਭਟਕਾਂਗੇ ਵੀ, ਆਪਣੀਆਂ ਦੁਕਾਨਾਂ ਵੀ ਖੋਲਾਂਗੇ, ਆਪਣੀ ਪੂਜਾ ਵੀ ਕਰਾਵਾਂਗੇ। ਕਿਉਂ? ਅਸੀਂ ਰਤਨ ਤਿਆਗ ਦੇਣਾ, ਕੌਡੀ ਨਾਲ ਰਚ ਜਾਣਾ, ਸੱਚ ਛੱਡ ਦੇਣਾ, ਝੂਠ ਚ ਮੱਚ ਜਾਣਾ। ਝੂਠ ਵਿੱਚ ਮਚਣ ਵਾਲੇ, ਰਤਨ ਨੂੰ ਤਿਆਗਣ ਵਾਲੇ ਉਹ ਨੇ ਜਿਹੜੇ ਆਪਣੀ ਮੱਤ ਨਾਲ, ਆਪਣੀ ਵਿਦਿਆ, ਆਪਣੇ ਹੰਕਾਰ ਨਾਲ ਚੱਲੇ ਨੇ, ਜਿਹੜੇ ਆਪਣੇ ਆਪ ਨੂੰ ਸਿਆਣੇ ਮੰਨਣ ਲੱਗ ਪਏ। ਦਸਮ ਪਾਤਸ਼ਾਹ ਨੇ ਇੱਕ ਪੰਕਤੀ ਬੜੀ ਸੋਹਣੀ ਵਰਤੀ ਹੈ, ਕਹਿੰਦੇ ਜਿਨ ਜਿਨ ਤਨਿਕ ਸਿੱਧ ਕੋ ਪਾਇਓ, ਤਿਨ ਤਿਨ ਆਪਣਾ ਰਾਹ ਚਲਾਇਓ। ਜਿਨ੍ਹਾਂ ਨੇ ਥੋੜੀ ਬਹੁਤੀ ਵੀ ਕੋਈ ਮੱਤ, ਕੋਈ ਗਿਆਨ ਆਇਆ, ਧਰਮ ਦੀ ਕੋਈ ਗੱਲ ਆਈ, ਉਹਨਾਂ ਨੇ ਆਪਣਾ ਹੀ ਰਾਹ ਚਲਾ ਲਿਆ, ਆਪਣਾ ਹੀ ਡੇਰਾ ਬਣਾ ਲਿਆ, ਆਪਣੀ ਮਰਿਆਦਾ ਬਣਾ ਲਈ, ਵੱਖਰੀ ਹੋ ਗਏ। ਹੁਣ ਤੁਹਾਨੂੰ ਆਪਾਂ ਨੂੰ ਪਤਾ ਹੋਣਾ ਵੀ, ਆਪਾਂ ਦੇਖਦੇ ਸਿੱਖ ਜਗਤ ਵਿੱਚ ਵੀ ਤੇ ਹੀ ਕੁਝ ਹੋ ਰਿਹਾ। ਗੁਰੂ ਨਾਨਕ ਸਾਹਿਬ ਨੇ ਇੱਕ ਮੱਤ ਚਲਾਈ ਸੀ, ਸਿੱਖ ਮੱਤ ਸਭ ਬੁੱਧ ਤੁਮਾਰੀ। ਹੁਣ ਸਾਡੀ ਸਿੱਖ ਮੱਤ ਵਿੱਚ ਕੋਈ ਚਿੱਟੇ ਕੱਪੜੇ ਵਾਲਾ, ਕੋਈ ਭਗਵੇਂ ਵਾਲਾ, ਕੋਈ ਨੀਲੇ ਵਾਲਾ, ਕੋਈ ਕਾਲੇ ਵਾਲਾ, ਕੋਈ ਹਰੇ ਵਾਲਾ, ਕੋਈ ਲਾਲ ਵਾਲਾ। ਕੋਈ ਕਹਿੰਦਾ ਸਾਡੀ ਮਰਿਆਦਾ ਆ ਹੈ, ਕੋਈ ਕਹਿੰਦਾ ਸਾਡੀ ਮਰਿਆਦਾ ਆ ਹੈ, ਕੋਈ ਕਹਿੰਦਾ ਸਾਡੀ ਮਰਿਆਦਾ ਨੂੰ ਫੋਲੋ ਕਰੂ, ਕਹਿੰਦਾ ਸਾਡੀ ਨੂੰ ਕਰੂ। ਸਿੱਖ ਕਿੱਥੇ ਜਾਏ? ਗੁਰੂ ਦੀ ਮਰਿਆਦਾ ਕਿੱਥੇ ਗਈ? ਗੁਰੂ ਦੀ ਰਹਿਤ ਕਿੱਥੇ ਗਈ? ਇਹਨੂੰ ਕਹਿੰਦੇ ਨੇ ਜਿਨ੍ਹਾਂ ਨੂੰ ਥੋੜਾ ਥੋੜਾ ਕੋਈ ਮੱਤ ਪਤਾ ਲੱਗੀ, ਕਿਉਂਕਿ ਉਹ ਗੁਰਪ੍ਰਸਾਦ ਵਾਲੇ ਪਾਸੇ ਨਹੀਂ ਤੁਰੇ। ਗੁਰਪ੍ਰਸਾਦ ਵਾਸਤੇ ਸਾਧ ਸੰਗਤ ਮਨ ਮਾਰਨਾ ਪਏਗਾ, ਮਨ ਨੂੰ ਜ਼ੀਰੋ ਤੇ ਲੈ ਕੇ ਜਾਣਾ ਪਏਗਾ। ਜ਼ੀਰੋ ਤੋਂ ਬਿਨਾ
बहुत मुश्किल है। जीरो तो बिना तो कह दी भी इंपॉसिबल है ना, सच वाले पासे नहीं तुरेगा। सिद्धियां पा सकता है, रिद्धियां पा सकता है, शक्तियां लै सकता है, ज्ञानी हो सकता है, पर ब्रह्म ज्ञानी नहीं हो सकता। ज्ञानी कादा होएगा? माया का। इसलिए गुरप्रसाद की इंपोर्टेंस दसी। आप जो वो शब्द पढ़ते हैं ना, जो नर दुख मैं दुख नहीं मन्ने, सुख सनी अर भै नहीं जाके कंचन माटी मन्ने, उत्थे भी अखीर च जाके यह गल कही, कहते गुर किरपा जिह नर को कीनी ते ए जुगत पछानी। जुगती वो पहचानेगा जो गुरु किरपा का पात्र बनेगा। किरपा तो बिना ते ये जुगत पछाण ही नहीं जा सकती। गुरप्रसाद भरम का नाश, ਜਿਹੜਾ ਸਾਡੇ ਮਨ 'ਚ ਭਰਮ ਬਣਿਆ ਹੋਇਆ ਹੈ, ਜੋ ਅਸੀਂ ਪ੍ਰਪੰਚ ਖੜੇ ਕੀਤੇ ਨੇ, ਜੋ ਅਸੀਂ ਸੱਚ ਨੂੰ ਝੂਠ, ਝੂਠ ਨੂੰ ਸੱਚ ਮੰਨ ਰਹੇ ਹਾਂ, ਅੰਮ੍ਰਿਤ ਨੂੰ ਜ਼ਹਿਰ, ਜ਼ਹਿਰ ਨੂੰ ਅੰਮ੍ਰਿਤ ਮੰਨ ਰਹੇ ਹਾਂ, ਇਸ ਮਾਇਆ ਕਾਰਨ ਅਸੀਂ ਝਗੜੇ ਬਖੇੜੇ ਖੜਾ ਕਰ ਰਹੇ ਹਾਂ, ਵੈਰ ਵਿਰੋਧ ਵਿੱਚ ਜੀ ਰਹੇ ਹਾਂ, ਕਈ ਤਰ੍ਹਾਂ ਦੇ ਡਰਾਂ ਵਿੱਚ ਜੀ ਰਹੇ ਹਾਂ, ਭਰਮ ਕਰਨੇ ਆ ਨਾ। ਤੇ ਭਰਮ ਕਿਵੇਂ ਦੂਰ ਹੋਏਗਾ? ਕਹਿੰਦੇ ਗੁਰਪ੍ਰਸਾਦ। ਆ ਗੁਰਬਾਣੀ ਸਾਨੂੰ ਗੁਰਪ੍ਰਸਾਦ ਹੀ ਦੇ ਰਹੀ ਹੈ। ਸਾਰੀ ਗੁਰਬਾਣੀ ਵੀ ਸਾਡੇ ਲਈ ਗੁਰਪ੍ਰਸਾਦ ਹੈ। ਇਹੀ ਗੁਰਪ੍ਰਸਾਦ ਜਦੋਂ ਤੁਹਾਡੇ ਅੰਦਰ ਚਲਾ ਜਾਏਗਾ, ਭਰਪੂਰ ਹੋ ਜਾਏਗਾ, ਤੁਹਾਡੇ ਆਪਣੇ ਅੰਦਰੋਂ ਗੁਰਪ੍ਰਸਾਦ ਵਰਤਣਾ ਸ਼ੁਰੂ ਹੋ ਜਾਏਗਾ। ਗੁਰਬਾਣੀ ਵੀ ਸਾਰੀ ਗੁਰਪ੍ਰਸਾਦ ਹੀ ਹੈ, ਬਸ ਸਮਝਣ ਦੀ ਲੋੜ ਹੈ। ਜਦੋਂ ਤੁਹਾਨੂੰ ਇਹ ਸਮਝ ਆ ਗਿਆ, ਗੁਰਪ੍ਰਸਾਦ ਨਾਲ ਜੁੜ ਗਏ, ਉਦੋਂ ਮਾਨ ਵੀ ਗਿਆ, ਅਭਿਮਾਨ ਵੀ ਗਿਆ, ਹੰਕਾਰ ਵੀ ਗਿਆ, ਉਦੋਂ ਫਿਰ ਪਿੱਛੇ ਕੀ ਬਚਦਾ? ਨਿਰੰਕਾਰ ਸੱਚ, ਗੁਰਪ੍ਰਸਾਦ। ਇਸ ਲਈ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਅਸਲ 'ਚ ਜਦੋਂ ਵੀ ਅਸੀਂ ਕੁਛ ਚੰਗਾ ਪ੍ਰਾਪਤ ਕਰਦੇ ਹਾਂ, ਚਲੋ ਆਪਾਂ ਪੋਜ਼ਿਟਿਵ ਲੈ ਕੇ ਚੱਲਾਂਗੇ, ਭਾਵੇਂ ਉਹ ਸੰਸਾਰੀ ਪੱਖ ਹੈ, ਭਾਵੇਂ ਅਧਿਆਤਮਿਕ ਹੈ, ਸਾਨੂੰ ਕੋਈ ਸਮਝ ਪੈ ਰਹੀ ਹੈ, ਅਸੀਂ ਗੁਰੂ ਵਾਲੇ ਪਾਸੇ ਤੁਰ ਰਹੇ ਹਾਂ, ਸਾਡਾ ਕੋਈ ਔਗਣ ਮਿਟਦਾ ਹੈ, ਸਾਡੇ 'ਚ ਅਗਿਆਨ ਘਟਦਾ ਹੈ, ਤਾਂ ਇਹ ਸਾਰਾ ਸਮਝੋ ਵੀ ਸਾਡੇ ਤੇ ਗੁਰਪ੍ਰਸਾਦ ਹੀ ਵਰਤ ਰਿਹਾ। ਗੁਰਪ੍ਰਸਾਦ, ਗੁਰੂ ਕਿਰਪਾ ਨਾਲ ਹੀ ਇਹ ਸੰਭਵ ਹੋਇਆ। ਕਿਉਂਕਿ ਜੇ ਮੇਰੇ ਵੱਸ 'ਚ ਹੁੰਦਾ, ਮੈਂ ਤੇ ਜੰਮਣ ਸਾਰੀ ਇਸ ਪਾਸੇ ਤੁਰ ਪੈਂਦਾ। ਮੈਂ ਤੇ ਮਾਇਆ ਵਿੱਚ ਕਦੀ ਲੀਨ ਹੀ ਨਾ ਹੁੰਦਾ, ਖਚਤ ਹੀ ਨਾ ਹੁੰਦਾ। ਮੈਂ ਚਾਹੇ ਮਾਇਆ ਨੂੰ ਸਮਝ ਕੇ ਛੱਡ ਵੀ ਦਿੰਦਾ, ਮਾਇਆ ਵਿੱਚ ਰਹਿ ਕੇ ਨਿਰਲੇਪ ਵੀ ਹੋ ਸਕਦਾ ਸੀ, ਪਰ ਨਹੀਂ ਹੋਇਆ, ਕਿਉਂਕਿ ਮੈਂ ਗੁਰਪ੍ਰਸਾਦ ਦਾ ਪਾਤਰ ਨਹੀਂ ਸੀ ਬਣਿਆ। ਗੁਰਪ੍ਰਸਾਦ ਦੀ ਵੈਲਿਊ ਸਮਝਣੀ ਪਏਗੀ, ਗੁਰਪ੍ਰਸਾਦ ਦੀ ਕੀਮਤ ਦਾ ਪਤਾ ਲੱਗਣਾ ਪਏਗਾ। ਹਾਂਜੀ, ਅਗਲਾ ਸ਼ਬਦ ਆ ਜਾਂਦਾ ਹੈ ਹੁਣ ਇੱਥੇ, ਜਪ। ਇਹਨੂੰ ਬਾਣੀ ਦਾ ਨਾਮ ਦਿੱਤਾ ਗਿਆ। ਵਿਦਵਾਨਾਂ ਨੇ ਵੱਖਰੀਆਂ ਵੱਖਰੀਆਂ ਵੈਸੇ ਰਾਵਾਂ ਦਿੱਤੀਆਂ ਨੇ, ਜਪ ਸ਼ਬਦ ਦੇ ਅਰਥ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ, ਤੇ ਇਹਨੂੰ ਅਸੀਂ ਬਾਣੀ ਦਾ ਨਾਮ ਵੀ ਦਿੰਦੇ ਹਾਂ ਜਪ, ਤੇ ਸਤਿਕਾਰ ਵਜੋਂ ਅਸੀਂ ਕਹਿੰਦੇ ਹਾਂ ਜੀ ਸਾਹਿਬ, ਜਪ ਜੀ ਸਾਹਿਬ। ਹੁਣ ਸਤਿਗੁਰੂ ਜੀ ਨੇ ਇੱਥੇ ਜਿਹੜਾ ਜਪ ਲਿਖਿਆ ਸਾਧ ਸੰਗਤ, ਇਹਦੇ ਪੱਪੇ ਨੂੰ ਔਂਕੜ ਲਗਾ ਦਿੱਤਾ, ਕਿਉਂਕਿ ਜਪ ਦੁਨੀਆ ਵਿੱਚ ਪਹਿਲਾਂ ਵੀ ਹੋ ਰਿਹਾ ਹੈ। ਬਲਕਿ ਇੱਕ ਨਹੀਂ, ਗੁਰੂ ਸਾਹਿਬ 17ਵੀਂ ਪੌੜੀ 'ਚ ਕਹਿ ਰਹੇ ਨੇ, ਅਸੰਖ ਜਪ ਅਸੰਖ ਪਾਓ। ਅਸੰਖਾਂ ਹੀ ਜਪ ਨੇ, ਆਪਣੀ ਆਪਣੀ ਮੱਤ ਦਾ ਵੱਖਰਾ ਵੱਖਰਾ ਜਪ ਹੈ, ਵੱਖਰੇ ਵੱਖਰੇ ਤਰੀਕੇ ਨੇ। ਕੋਈ ਮਾਲਾ ਨਾਲ ਜਪਦਾ ਹੈ, ਕੋਈ ਰਜੀਵ ਨਾਲ ਜਪਦਾ ਹੈ, ਕੋਈ ਸੁੰਨ ਸਮਾਧ 'ਚ ਬੈਠਾ ਜਪੀ ਜਾਂਦਾ ਹੈ, ਕੋਈ ਤੁਰਿਆ ਫਿਰਦਾ ਜਪਦਾ ਹੈ, ਕਿਸੇ ਦੇ ਜਪ ਦਾ ਕੋਈ, ਕਿਸੇ ਦੇ ਜਪ ਦਾ ਕੋਈ ਤਰੀਕਾ, ਉਹ ਅਸੰਖ ਜਪ। ਪਰ ਇੱਥੇ ਪ ਨੂੰ ਔਂਕੜ, ਪੱਪੇ ਤੇ ਔਂਕੜ ਲਗਾਉਣ ਦਾ ਅਰਥ ਸੀ ਵੀ ਬਾਕੀ ਜਪ ਨਾਲੋਂ, ਜਿੰਨੇ ਦੁਨੀਆ ਦੇ ਜਪ ਨੇ, ਉਹਨਾਂ ਜਪਾਂ ਨਾਲੋਂ ਇੱਕ ਵੱਖਰਾ ਜਪ ਦੇ ਰਹੇ ਨੇ ਗੁਰੂ ਸਾਹਿਬ ਸਾਨੂੰ। ਇਹ ਦੁਨੀਆ ਵਾਲਾ ਜਪ ਨਹੀਂ ਹੈ, ਸੰਸਾਰ ਵਾਲਾ ਜਪ ਨਹੀਂ। ਇੱਥੇ ਆ ਕੇ ਭਗਤਾਂ ਕੀ ਚਾਲ ਨਿਰਾਲੀ ਹੋ ਜਾਏਗੀ। ਇੱਥੋਂ ਪਤਾ ਲੱਗੇਗਾ ਅਵਕਟ ਘਾਟੀ ਰਾਮ ਕੀ ਕਿਉਂ ਹੈ। ਇਹ ਪੰਡਿਤ ਵਾਲਾ ਮਾਰਗ ਨਹੀਂ ਹੈ। ਜੇ ਮਾਰਗ ਪੰਡਿਤ ਗਏ, ਅਸੀਂ ਉਸ ਸੋਚ ਦੇ ਧਾਰਨੀ ਨਹੀਂ ਬਣਾਂਗੇ ਉਰੇ। ਹੁਣ ਕਹਿੰਦੇ ਜਪ, ਜਪ ਦਾ ਇੱਥੇ ਅਰਥ ਬਣਦਾ ਸਮਝ, ਸਿੱਖ ਕੁਛ, ਕੋਈ ਨਵਾਂ ਗਿਆਨ ਲੈ, ਨਵੀਂ ਜਾਣਕਾਰੀ ਲੈ, ਨਵੀਂ ਸਮਝ ਲੈ। ਜੋ ਪਿੱਛੇ ਦੱਸਿਆ ਉਹਨੂੰ ਵੀ ਜਪ, ਹੁਣ ਜੋ ਅੱਗੇ ਦੱਸਣਾ ਉਹਨੂੰ ਵੀ ਜਪੀ, ਉਹਨੂੰ ਸਮਝੀ, ਸਮਝ ਕੇ ਚੱਲੀ ਵੀ ਗੱਲ ਕਹਿਣੀ ਕੀ ਚਾਹ ਰਹੇ ਨੇ ਗੁਰੂ ਸਾਹਿਬ, ਸਮਝਾਉਣਾ ਕੀ ਚਾਹ ਰਹੇ ਨੇ। ਇੱਥੇ ਜਪ ਦਾ ਅਰਥ ਅਸੀਂ ਰੈਪੀਟੇਸ਼ਨ ਨਹੀਂ ਕਰਾਂਗੇ ਵੀ ਰਿਪੀਟ ਕਰੀ ਜਾਓ, ਫਿਰ ਤੇ ਇਹ ਤੇ ਦੁਨੀਆ ਵਿੱਚ ਹੋ ਹੀ ਰਿਹਾ ਸੀਗਾ। ਪਰ ਗੁਰੂ ਸਾਹਿਬ ਨੇ ਦੇਖਿਆ ਵੀ ਲੋਕ ਜਪ ਵੀ ਕਰ ਰਹੇ ਨੇ, ਸਿਮਰਨ ਵੀ ਕਰ ਰਹੇ ਨੇ, ਆਰਾਧਨਾ, ਧਿਆਉਣਾ, ਰਟਨ ਸਭ ਕੁਝ ਹੋ ਰਿਹਾ, ਸਮਾਧੀਆਂ ਵੀ ਲੱਗੀਆਂ, ਅੱਖਾਂ ਵੀ ਮੀਚੀਆਂ ਹੋਈਆਂ, ਧੂਣੀਆਂ ਵੀ, ਪ੍ਰਾਪਤੀ ਤੇ ਹੈ ਨਹੀਂ, ਮਨ ਤੇ ਮਰਿਆ ਨਹੀਂ, ਮਨ ਬਦਲਿਆ ਨਹੀਂ, ਮਨ 'ਚ ਨਾ ਮੋਹ ਘਟਿਆ, ਨਾ ਮਾਇਆ ਘਟੀ, ਨਾ ਹੰਕਾਰ ਘਟਿਆ, ਨਾ ਵਿਕਾਰ ਘਟੇ। ਬਿਮਾਰੀ ਤੇ ਉੱਥੇ ਹੀ ਖੜੀ ਹੈ, ਤੇ ਇਹ ਕਹਿ ਰਹੇ ਨੇ ਅਸੀਂ ਦਵਾਈ ਲੈ ਰਹੇ ਹਾਂ। ਹੁਣ ਉਹ ਸਹੀ ਡੋਜ਼ ਸਾਨੂੰ ਦੇ ਰਹੇ ਨੇ ਵੀ ਲੈਣੀ ਕਿਵੇਂ। ਜਪ ਕਹਿੰਦੇ ਸਮਝ, ਜੋ ਤੈਨੂੰ ਦੱਸਿਆ ਜਾਂਦਾ ਸਮਝ, ਤੈਨੂੰ ਪਤਾ ਤੇ ਹੋਵੇ ਨਾ ਵੀ ਮੇਰੀ ਪ੍ਰੋਬਲਮ ਕੀ ਹੈ, ਮੇਰੀ ਸਮੱਸਿਆ ਕੀ ਹੈ, ਮੈਨੂੰ ਪਤਾ ਤੇ ਹੋਵੇ ਜਿਸ ਰਸਤੇ ਤੇ ਮੈਂ ਜਾ ਰਿਹਾ ਹਾਂ ਸਹੀ ਵੀ ਹੈ ਕਿ ਨਹੀਂ। ਮੈਂ ਤੁਰ ਰਿਹਾ,
मैं अपना यतन कर रहा, मेरा एफर्ट है, मैं तुर रहा। ਤੇ ਮੈਂ ਸੋਚਿਆ ਵੀ ਜਿਹੜੀ ਮੰਜ਼ਿਲ ਤੇ ਜਾਣਾ ਸੀ ਉਹ ਤੇ ਸੀ ਕਿ 10 ਕਿਲੋਮੀਟਰ, ਪਰ ਮੈਂ ਸਫ਼ਰ ਕਰ ਲਿਆ 100 ਕਿਲੋਮੀਟਰ ਦਾ। ਹੁਣ ਜਦੋਂ ਮੇਰਾ ਜਪ ਹੋਏਗਾ, ਭਾਵ ਜਦੋਂ ਮੈਨੂੰ ਕੋਈ ਸਮਝਾਏਗਾ ਤੇ ਮੈਨੂੰ ਸਮਝ ਲਵਾਂਗਾ ਵੀ ਭਲਿਆ ਭਾਵੇਂ ਤੂੰ 100 ਕਿਲੋਮੀਟਰ ਤੁਰਿਆ, ਤੂੰ ਆਪਣੀ ਗੱਲ ਜਗ੍ਹਾ ਤੇ ਸਹੀ ਹੈ, ਪਰ ਤੂੰ ਇੱਕ ਗਲਤੀ ਕਰ ਗਿਆ, ਤੂੰ ਰਸਤਾ ਗਲਤ ਚੁਣ ਲਿਆ, ਤੂੰ ਰਸਤਾ ਗਲਤ ਚੁਣ ਲਿਆ। ਜੇ ਤੂੰ ਸਹੀ ਰਸਤੇ ਤੇ ਤੁਰਦਾ, ਤੂੰ 10 ਕਿਲੋਮੀਟਰ ਬਾਅਦ ਹੀ ਮੰਜ਼ਿਲ ਤੇ ਪਹੁੰਚਣਾ ਸੀ, ਪਰ ਤੂੰ ਰਸਤਾ ਗਲਤ ਚੁਣ ਲਿਆ। ਹੁਣ ਭਾਵੇਂ ਤੂੰ 1000 ਕਿਲੋਮੀਟਰ ਚੁਣ ਲੈ, ਤੁਰੀ ਚੱਲ, ਮੰਜ਼ਿਲ ਤੇ ਨਹੀਂ ਪਹੁੰਚੇਗਾ। ਦੂਜੀ ਉਦਾਹਰਣ, ਮਧਾਣੀ ਪਾ ਕੇ ਅਸੀਂ ਰਿੜਕ ਰਹੇ ਹਾਂ। ਮਧਾਣੀ ਪਾਈ ਹੈ ਜੀ ਭਾਂਡੇ ਦੇ ਵਿੱਚ, 2 ਘੰਟੇ ਹੋ ਗਏ, 5 ਘੰਟੇ ਹੋ ਗਏ, ਮੱਖਣ ਨਹੀਂ ਆ ਰਿਹਾ, ਬੰਦਾ ਹੈਰਾਨ ਹੈ ਤੇ ਪਰੇਸ਼ਾਨ ਹੋ ਗਿਆ। ਕਿਸੇ ਨੇ ਪੁੱਛਿਆ ਵੀ ਕੀ ਗੱਲ ਪਰੇਸ਼ਾਨ ਬੈਠਾ? ਕਹਿੰਦਾ 5 ਘੰਟੇ ਹੋ ਗਏ, ਮੱਖਣ ਨਹੀਂ ਨਿਕਲਿਆ। ਕਹਿੰਦਾ ਜਿਹੜਾ ਦੇਖਦੇ ਸੀ ਭਾਂਡੇ ਵਿੱਚ ਕੀ ਹੈ, ਜਦੋਂ ਚੈੱਕ ਕੀਤਾ ਭਾਂਡੇ ਦੇ ਵਿੱਚ ਪਾਣੀ ਹੈ। ਹੁਣ ਉਹ ਜਿਹੜੀ ਮਧਾਣੀ ਨੂੰ ਰਿੜਕਣ ਦਾ ਐਫਰਟ ਹੈ, ਮਿਹਨਤ ਹੈ, ਉਹ ਸਹੀ ਹੋ ਰਹੀ ਹੈ, ਪਰ ਗਲਤ ਜਗ੍ਹਾ ਤੇ ਹੋ ਰਹੀ ਹੈ। ਐਫਰਟ ਸਹੀ ਹੋ ਰਿਹਾ ਹੈ, ਪਰ ਗਲਤ ਜਗ੍ਹਾ ਤੇ ਹੋ ਰਿਹਾ ਹੈ। ਬਸ ਇਸ ਚੀਜ਼ ਨੂੰ ਅਸੀਂ ਸਮਝਣਾ ਹੈਗਾ। ਗੁਰਮਤਿ ਨੇ ਇਹ ਚੀਜ਼ ਸਮਝਾਈ ਹੈ। ਕਹਿੰਦੇ ਵੀ ਤੁਹਾਡੀਆਂ ਭਾਵਨਾਵਾਂ ਸੱਚੀਆਂ, ਤੁਸੀਂ ਰੱਬ ਦੇ ਖੋਜੀ ਹੋ, ਸੱਚ ਦੇ ਉਪਾਸ਼ਕ ਹੋ, ਰੱਬ 'ਚ ਮਿਲਣਾ ਚਾਹੁੰਦੇ ਹੋ, ਪਰ ਤੁਹਾਡੇ ਤਰੀਕੇ ਗਲਤ ਨੇ। ਤੁਸੀਂ ਇੱਕ ਹੋਣ ਆਏ ਹੋ, ਆਪਾਂ ਸਾਰੀ ਯਾ ਯੁੱਗ ਮੈਂ ਏਕੈ ਕੋ ਆਇਆ, ਤੇ ਅਸੀਂ ਉਹਦੇ ਵਾਸਤੇ ਯਤਨਸ਼ੀਲ ਵੀ ਹਾਂ, ਸਾਡੀ ਮਿਹਨਤ ਸਹੀ ਹੈ, ਪਰ ਕਹਿੰਦੇ ਗਲਤ ਤਰੀਕਾ ਵਰਤ ਰਹੇ ਹੋ। ਪਹਿਲਾਂ ਸਮਝੋ। ਦੇਖੋ, ਸਮਝਣ ਤੋਂ ਬਿਨਾਂ ਕੁਝ ਵੀ ਪਤਾ। ਜਦੋਂ ਬੱਚਾ ਪ੍ਰਾਇਮਰੀ 'ਚ ਜਾਂਦਾ ਨਾ, ਬਲਕਿ ਪ੍ਰੀ ਨਰਸਰੀ 'ਚ, ਜਿਹਨੂੰ ਅਸੀਂ ਪਲੇਵੇ ਕਹਿੰਦੇ ਹਾਂ, ਉਹਦੇ 'ਚ ਉਹਨੂੰ ਸਭ ਤੋਂ ਪਹਿਲਾਂ ਜਪ ਹੀ ਕਰਵਾਇਆ ਜਾਂਦਾ ਹੈ। ਉਹਨੂੰ ਐਪਲ ਦੀ ਪਹਿਚਾਣ ਕਰਵਾਈ ਜਾਂਦੀ ਹੈ, ਐਪਲ ਦੀ ਸੂਝੀ ਦਿੱਤੀ ਜਾਂਦੀ ਹੈ ਵੀ ਇਹ ਐਪਲ ਹੁੰਦਾ, ਏ ਫਾਰ ਐਪਲ ਹੁੰਦਾ। ਐਪਲ ਇਹ ਜਿਹੜਾ ਆਕਾਰ ਹੈ, ਜਿਹੜੀ ਪਿਕਚਰ ਹੈ, ਤਸਵੀਰ ਹੈ, ਐਪਲ ਦੀ ਪਿਕਚਰ ਹੈ। ਏ ਫਾਰ ਐਰੋਪਲੇਨ ਹੁੰਦਾ, ਐਰੋਪਲੇਨ ਜਹਾਜ਼ ਹੁੰਦਾ, ਜਹਾਜ਼ ਵਿੱਚ ਬੰਦੇ ਬੈਠ ਜਾਂਦੇ ਨੇ, ਜਹਾਜ਼ ਹਵਾ ਵਿੱਚ ਉੱਡਦਾ ਹੈ, ਇਹਨੂੰ ਐਰੋਪਲੇਨ ਵੀ ਕਹਿੰਦੇ ਹਨ, ਇਹਨੂੰ 에ਅਰ ਬੱਸ ਵੀ ਕਹਿੰਦੇ ਹਨ। ਇਸ ਤਰ੍ਹਾਂ ਇੱਕੋ ਉਹਦੇ ਜੋ ਵੀ ਗੁਣ ਨੇ ਅਸੀਂ ਦੱਸਾਂਗੇ, ਉਹ ਜਾਪੇ ਬਣ ਰਿਹਾ ਨਾ ਬੱਚੇ ਦਾ। ਹੁਣ ਇਹ ਚੀਜ਼ ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਪਤਾ ਤੇ ਹੈ ਨਹੀਂ, ਮੈਂ ਕਿਹਦੇ ਵਿੱਚ ਮਿਲਣਾ, ਵਿਛੜਿਆ ਕਿਉਂ ਆ, ਵਿਛੋੜੇ ਦੇ ਕਾਰਨ ਕੀ ਸੀ, ਸਮੱਸਿਆ ਕੀ ਆ ਰਹੀ ਹੈ, ਮੈਂ ਹੰਕਾਰ ਕਰਕੇ ਕਿਵੇਂ ਵੱਖ ਹੋ ਜਾਂਦਾ, ਮੋਹ ਮਾਇਆ ਕੀ ਹੁੰਦੀ ਹੈ, ਕਿਵੇਂ ਮੈਂ ਉਹਦੇ 'ਚ ਫਸਦਾ, ਵਿਕਾਰ ਕੀ ਹੁੰਦੇ ਨੇ, ਇਹ ਚੀਜ਼ਾਂ ਦਾ ਗਿਆਨ ਨਹੀਂ। ਨਾ ਮੈਨੂੰ ਰੱਬ ਦਾ ਗਿਆਨ ਹੈ, ਸੱਚ ਦਾ ਗਿਆਨ ਹੈ, ਤੇ ਮੈਂ ਕਹਿ ਰਿਹਾ ਮੈਂ ਰੱਬ ਨੂੰ ਪਾ ਰਿਹਾ। ਕਹਿੰਦੇ ਹੱਦ ਹੋ ਗਈ, ਕਿੱਦਾਂ ਪਾ ਲੇਗਾ? ਪਹਿਲਾਂ ਤੈਨੂੰ ਪਹਿਚਾਣ ਤੇ ਹੋਵੇ ਨਾ, ਪਹਿਚਾਣ ਕਰਾਈ, ਇਹਨੂੰ ਜਪ, ਇਹਨੂੰ ਦ੍ਰਿੜ ਕਰ। ਹੁਣ ਜੋ ਉੱਪਰ ਦੱਸਿਆ ਨਾ ਤੈਨੂੰ, ਇੱਕ ਓੰਕਾਰ ਤੋਂ ਲੈ ਕੇ ਸੈਭੰ ਤੱਕ, ਗੁਰਪ੍ਰਸਾਦ ਦੀ ਕਿਰਪਾ ਨਾਲ ਇਹਨੂੰ ਜਪ ਲੈ, ਇਹਨੂੰ ਸਮਝ ਲੈ। ਜਪੀਐ ਨਾਮ, ਜਪੀਐ ਅੰਨ। ਕਹਿੰਦੇ ਨਾਮ ਨੂੰ ਇਸ ਤਰ੍ਹਾਂ ਜਪੋ ਜਿਵੇਂ ਅੰਨ ਨੂੰ ਜਪਦੇ ਹੋ, ਭਾਵ ਜਿਵੇਂ ਅਸੀਂ ਚਬਾ ਚਬਾ ਕੇ ਹੌਲੀ ਹੌਲੀ ਅੰਦਰ ਲੈ ਕੇ ਜਾਂਦੇ ਹਾਂ, ਫਿਰ ਉਹਨੂੰ ਸਾਡਾ ਲੀਵਰ, ਮਿਹਦਾ ਵਗੈਰਾ ਹਜ਼ਮ ਕਰਦੇ, ਤੇ ਉਹਦੇ 'ਚ ਸਾਨੂੰ ਫਿਰ ਤਾਕਤ ਮਿਲਦੀ ਹੈ। ਇਸੇ ਤਰ੍ਹਾਂ ਨਾਮ ਨੂੰ ਜਪੋ, ਸਮਝੋ ਤੇ ਆਪਣੀ ਆਧਿਆਤਮਿਕ ਤਾਕਤ ਨੂੰ ਵਧਾਓ। ਫਿਰ ਉਹ ਖਾਧਾ ਹੋਇਆ ਅੰਨ ਤੁਹਾਨੂੰ ਸਾਧ ਦੇਗਾ, ਟੇਸਟ ਦੇਗਾ, ਤੁਹਾਨੂੰ ਤਾਕਤ ਦੇਗਾ, ਸ਼ਕਤੀ ਦੇਗਾ। ਇਸ ਕਰਕੇ ਜਪ ਸ਼ਬਦ ਦੀ ਜਿਹੜੀ ਮਹਾਨਤਾ ਸੀ, ਅਸੀਂ ਇੱਕ ਬਹੁਤ ਸੌਖਾ ਜਿਹਾ ਤੇ 1 ਮਿੰਟ 'ਚ ਅਰਥ ਕਰਕੇ ਨਿਕਲ ਗਏ, ਜਿਹਨੂੰ ਹੁਣ ਜਪੀਏ, ਆਓ ਜਪੀਏ, ਚਲੋ ਬਹਿ ਕੇ ਜਪੀਏ। ਕੋਈ ਅੱਖਾਂ ਬੰਦ ਕਰਾ ਕੇ, ਕੋਈ ਲਾਈਟਾਂ ਬੰਦ ਕਰਾ ਕੇ, 4-4 ਘੰਟੇ ਲਾਈਟਾਂ ਬੰਦ ਕਰਕੇ ਜਪੀ ਜਾਓ। ਔਰ ਜਿਹਨੂੰ ਜਪ ਰਹੇ ਹੋ, ਕਿਹਨੂੰ ਜਪ ਰਹੇ ਹੋ ਪਤਾ ਤੇ ਹੋਵੇ ਨਾ, ਉਹਦੀ ਪਹਿਚਾਣ ਕੀ ਹੈ, ਉਹ ਕਰਦਾ ਕੀ ਹੈ, ਤੁਸੀਂ ਕਿਵੇਂ ਮਿਲ ਸਕਦੇ ਹੋ, ਕਿਵੇਂ ਜੁੜ, ਇਹਨੂੰ ਜਪ ਕਹਿੰਦੇ ਨੇ। ਅਸੀਂ ਹੁਣ ਜੋ ਕਰ ਰਹੇ ਹਾਂ ਨਾ, ਇਹ ਜਪ ਹੈ ਸਾਡਾ। ਇਹਨੂੰ ਕਿਹਾ ਸੀ ਬਾਰੰਬਾਰ ਬਾਰ ਪ੍ਰਭ ਜਪੀਐ। ਕਹਿੰਦੇ ਪ੍ਰਭ ਨੂੰ, ਸੱਚ ਨੂੰ ਬਾਰ-ਬਾਰ ਸਮਝ, ਕਿਤੇ ਤੂੰ ਗਲਤ ਵੀ ਨਾ ਸਮਝ ਲੈ, ਇਹ ਬਾਰ-ਬਾਰ ਸਮਝਣਾ ਪੈਣਾ ਹੈ। ਜਪਜੀ ਸਾਹਿਬ ਇੱਕ ਵਾਰ ਅਰਥ ਸੁਣੇ ਸੀ, ਦੂਜੀ ਵਾਰ ਫੇਰ ਸੁਣਨੇ ਪੈ ਰਹੇ ਨੇ, 5ਵੀਂ ਵਾਰ ਸੁਣਾਂਗੇ, 10 ਵਾਰ ਸੁਣਾਂਗੇ, 50 ਵਾਰ ਸੁਣਾਂਗੇ, ਹੋਰ ਸੁਧਾਰ ਹੁੰਦਾ ਜਾਏਗਾ ਸਾਡੇ 'ਚ, ਹੋਰ ਸਮਝ ਪੱਕੀ ਹੁੰਦੀ ਜਾਏਗੀ। ਇਸ ਲਈ ਜਪ ਸ਼ਬਦ ਨੂੰ ਅਸੀਂ ਬਹੁਤ ਹਲਕੇ ਵਿੱਚ ਨਹੀਂ ਲੈ ਸਕਦੇ। ਜਿੱਥੇ ਅਨਮਤਾਂ ਦੇ ਜਪ ਦੀ ਗੱਲ ਹੈਗੀ, ਉਹਨਾਂ ਨੂੰ ਕੰਡੈਮ ਕੀਤਾ ਗਿਆ, ਉਹ ਵੀ ਪੱਖ ਸਾਡੇ ਸਾਹਮਣੇ ਆਉਂਦਾ ਰਹੇਗਾ। ਜਿੱਥੇ ਗੁਰਮਤ ਵਾਲੇ ਜਪ ਨੂੰ ਵਿਸ਼ੇਸ਼ਣ ਰੂਪ 'ਚ ਲੈ ਕੇ ਆਂਦਾ, ਉਹ ਵੀ ਸਮਝ ਆ ਗਿਆ। ਹੁਣ ਜਿਹੜਾ ਔਂਕੜ ਲਗਾਏ, ਵਿਸ਼ੇਸ਼ਣ ਦਾ ਪ੍ਰਤੀਕ ਹੈ, ਐਡਜੈਕਟਿਵ ਲੱਗ ਗਿਆ ਨਾਲ, ਇਹਦਾ ਅਰਥ ਵੀ ਇਹਦੇ ਤੇ ਜ਼ੋਰ ਵੀ ਦਿੱਤਾ ਗਿਆ, ਜ਼ੋਰ ਦਿੱਤਾ ਗਿਆ, ਜਪ ਸਮਝ, ਉਹ ਭਲਿਆ ਚੰਗੀ ਤਰ੍ਹਾਂ ਸਮਝ ਲੈ। ਜਦੋਂ ਕੋਈ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੁੰਦਾ ਹੈ, ਟੀਚਰ ਕਈ ਵਾਰੀ ਕਹਿੰਦਾ ਵੀ ਹਾਂ ਬੇਟਾ ਸਮਝ ਆ ਗਈ, ਇੱਕ ਤਾਂ ਹੁੰਦਾ ਬੇਟਾ ਸਮਝ ਲਿਆ, ਵੀ ਸਾਰੀ ਕਲਾਸ ਕਹਿੰਦੇ ਹਾਂਜੀ ਹਾਂਜੀ ਅਸੀਂ ਇਕੱਠੇ। ਜਦੋਂ ਕੋਈ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੋਵੇ, ਉੱਥੇ ਟੀਚਰ ਕਹਿੰਦਾ ਸਮਝ ਗਏ ਹੋ, ਚੰਗੀ ਤਰ੍ਹਾਂ ਸਮਝਿਆ ਜਾਂ ਨਹੀਂ, ਕੋਈ ਐਸਾ ਬੱਚਾ ਤੇ ਨਹੀਂ ਰਹਿ ਗਿਆ ਨਹੀਂ ਸਮਝਿਆ।
ਕਿਸੇ ਨੂੰ ਪਤਾ ਨਾ ਲੱਗਿਆ ਹੋਵੇ, ਕੋਈ ਥੋੜਾ ਬਹੁਤਾ ਵੀ ਕੋਈ ਸ਼ੰਕਾ ਹੈ ਸੁਭਾਅ, ਮੈਨੂੰ ਹੁਣੇ ਪੁੱਛੋ। ਇਹ ਔਂਕੜ ਇਹੀ ਗੱਲ ਕਹਿ ਰਿਹਾ ਬਸ ਵੀ ਬਹੁਤ ਮੋਸਟ ਇੰਪੋਰਟੈਂਟ ਹੈ। ਪੂਰੀ ਬਾਣੀ ਹੀ ਸਾਰੀ ਧੁਰ ਕੀ ਬਾਣੀ ਇਸ ਜਪ ਦੇ ਆਲੇ ਦੁਆਲੇ ਘੁੰਮੇਗੀ। ਮੂਲ ਮੰਤਰ ਨੇ ਵਿਆਖਿਆ ਕਰਨੀ ਹੈ, ਪਰ ਪਤਾ ਉਦੋਂ ਲੱਗੇਗਾ ਜਦੋਂ ਜਪ ਬਣੇਗਾ। ਹੁਣ ਜੋ ਪਿੱਛੇ ਲਿਖਿਆ ਉਹ ਵੀ ਜਪਣਾ ਹੈ, ਜੋ ਅੱਗੇ ਆਏਗਾ ਹੁਣ ਉਹ ਵੀ ਅਸੀਂ ਜਪਣਾ ਹੈ। ਕਿਉਂਕਿ ਜੇ ਜਪਿਆ ਨਾ ਗਿਆ ਫਿਰ ਸਿਮਰਨ ਵੀ ਨਹੀਂ ਬਣਨਾ, ਫਿਰ ਅਰਾਧਿਆ ਵੀ ਨਹੀਂ ਜਾਣਾ, ਤੇ ਫਿਰ ਸਾਡਾ ਧਿਆਨ ਵੀ ਨਹੀਂ ਲੱਗੇਗਾ। ਇਸ ਲਈ ਜਪ ਬਹੁਤ ਹੀ ਕੀਮਤੀ, ਬਹੁਤ ਹੀ ਇਹ ਮਹੱਤਵਪੂਰਨ ਸ਼ਬਦ ਹੈ। ਇਹਨੂੰ ਔਂਕੜ ਲਾਉਣ ਦਾ ਅਰਥ ਵੀ ਵਿਸ਼ੇਸ਼ਣ ਹੈ, ਤੇ ਇਹਦੇ ਤੇ ਜ਼ੋਰ ਦਿੱਤਾ ਗਿਆ, ਇਹਨੂੰ ਜ਼ੋਰ ਦਿੱਤਾ ਗਿਆ। ਇਹਨੂੰ ਅਸੀਂ ਆਪਣੇ ਪ੍ਰੈਕਟੀਕਲ ਰੂਪ ਚ ਲੈ ਕੇ ਆਈਏ। ਹੁਣ ਜਪ ਸਮਝਣਾ, ਗਿਆਨ ਲੈਣਾ, ਸੋਝੀ ਲੈਣੀ, ਪੂਰਨ ਰੂਪ ਚ ਜਾਣਕਾਰੀ ਆ ਜਾਣੀ, ਜਾਂ ਵੱਧ ਤੋਂ ਵੱਧ ਜਾਣਕਾਰੀ ਲੈਣਾ ਹੀ ਇਹ ਅਰਥ ਰੱਖਦਾ ਹੈ। ਅਗਲੀ ਵਿਆਖਿਆ ਹੁਣ ਆਪਾਂ ਕੱਲ ਦੇ ਦੀਵਾਨ ਸਰਵਣ ਕਰਾਂਗੇ। ਇਸ ਸੈਸ਼ਨ ਦਾ ਸਮਾਂ ਪੂਰਾ ਹੈ, ਤੇ ਹੁਣ ਬੇਨਤੀ ਹੈ ਜੇ ਸੰਗਤਾਂ ਵਿੱਚੋਂ ਆਪ ਜੀ ਦਾ ਕੋਈ ਸਵਾਲ ਜਾਂ ਸੁਝਾਅ ਹੋਵੇ ਉਹ ਤੁਸੀਂ ਸਾਂਝਾ ਕਰ ਸਕਦੇ ਹੋ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ